ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। सुनते देखते जा रहे हो चावला न्यूज़ नैटवर्क टोरांटो और मैं हाँ आप जी का दोस्त ਅਤੇ ਹੋਸਟ ਦਿਲਬਾਗ ਸਿੰਘ ਚਾਵਲਾ। ਤੇ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਜਸਬੀਰ ਸਿੰਘ ਜੀ ਭੱਟੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਭੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ? ਠੀਕ ਠਾਕ, ਬੜੀ ਕਿਰਪਾ ਜੀ। ਤੁਸੀਂ ਸੁਣਾਓ? ਨਰਿੰਦਰ ਚੈਂਚਲ ਅੰਮ੍ਰਿਤਸਰ ਤੇ ਨੇ ਔਰ ਚਲੋ ਹੁਣ ਤਾਂ ਉਸ ਉਪਰਾਲੇ ਦੇ ਦੁਨੀਆ ਤੇ ਨਹੀਂ ਰਹੇ ਜੀ ਜੀ। ਇੱਕ ਹੀ ਬੌਬੀ ਫਿਲਮ ਦੇ ਵਿੱਚੋਂ ਪ੍ਰਸਿੱਧੀ ਚਲੋ ਬੁਲਾਵਾ ਆਇਆ ਹੈ। ਜੀ ਜੀ ਜੀ। ਇੱਕ ਇਹੋ ਜਿਹੀ ਭੇਂਟ ਗਾਈ ਉਹਨਾਂ ਨੇ ਕਿ ਵਿਸ਼ਵ ਦੇ ਵਿੱਚ ਉਹਨਾਂ ਦਾ ਬੜਾ ਨਾਮ ਬਣਿਆ। ਪਰੰਤੂ ਦੂਜੇ ਪਾਸੇ ਭਾਵੇਂ ਕਿ ਪਟਿਆਲੇ ਤੋਂ ਆ ਕੇ ਅੰਮ੍ਰਿਤਸਰ ਦੇ ਵਿੱਚ ਆਪਣਾ ਰੇਣ ਬਸੇਰਾ ਬਣਾਇਆ ਹੋਇਆ, ਹੋਲੀ ਸਿਟੀ ਦੇ ਵਿੱਚ। ਰੇਣ ਬਸੇਰਾ ਥੋੜ੍ਹੀ ਹੈ, ਰੈਣ ਬਸੇਰਾ। ਉੱਥੋਂ ਕਹਿੰਦੇ ਕਿ ਨਵਜੋਤ ਸਿੱਧੂ ਨੂੰ ਹਾਈ ਕਮਾਂਡ ਦਾ ਜਿਹੜਾ ਹੈ ਉਹ ਬੁਲਾਵਾ ਆਇਆ ਤੇ ਜਨਾਬ ਦਿੱਲੀ ਜਾਣਗੇ। ਕੀ ਲੱਗਦਾ ਤੁਹਾਨੂੰ ਕੁਝ ਨਵਾਂ ਹਲਚਲ ਹੋਣ ਵਾਲੀ ਹੈ? ਕਿਉਂਕਿ ਤੁਸੀਂ ਅੰਮ੍ਰਿਤਸਰ ਤੋਂ ਇੱਕ ਸਵਾਲ ਤਾਂ ਵੈਸੇ ਕਰ ਚੁੱਕੇ ਹਾਂ ਅਸੀਂ, ਪਰ ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦੇ। ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਬਾਰੇ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਕਾਂਗਰਸ ਜਿਹੜੀ ਆ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਕੀਮਤ ਤੇ ਖੋਣਾ ਨਹੀਂ ਚਾਹੁੰਦੀ। ਖਾਸ ਕਰਕੇ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਉਹਦੇ ਬੜੇ ਫੇਵਰੇਟ। ਔਰ ਇੱਥੋਂ ਤੱਕ ਜੇ ਮੈਂ ਕਹਿ ਲਵਾਂ ਵੀ ਜਿਹੜੇ ਹੈਗੇ ਸਾਰੇ ਰਾਹੁਲ, ਉਹਨੇ ਇੰਨੀ ਕਿਹਾ ਕਿ ਸਾਨੂੰ ਤੱਕ ਪੰਜਾਬ ਤੋਂ 10 ਸੀਟਾਂ ਮਿਲਣ ਕਿ ਅਸੀਂ ਸਾਨੂੰ ਨਵਜੋਤ ਸਿੰਘ ਸਿੱਧੂ ਨੂੰ ਖੋ ਨਹੀਂ ਸਕਦੇ। ਕਿ ਉਹ ਨਹੀਂ ਸੁਣ ਸਕੇ ਕਿ 2024 ਦੇ ਵਿੱਚ ਉਹਨਾਂ ਫਿਰ ਸਿੱਧੂ ਨੂੰ ਆਪਣੀ ਇਲੈਕਸ਼ਨ ਕੈਂਪੇਨ 'ਚ ਵਰਤਣਾ। ਉਹਨਾਂ ਨੂੰ ਬਹੁਤੀ ਸਟੇਟਾਂ ਨਹੀਂ, ਜੇ ਸੈਂਟਰ ਤੇ ਕਬਜ਼ਾ ਆ ਗਿਆ। ਹੁਣ ਮੋਦੀ ਸਾਹਿਬ ਦਾ ਕੀ ਆ, ਉਹਨਾਂ ਦਾ ਜ਼ਿਆਦਾ ਹੁੰਦਾ ਟਾਰਗੇਟ ਵੀ ਸੈਂਟਰ ਤੇ ਕਬਜ਼ਾ। ਅੱਜ ਵੀ ਯੂਪੀ ਦੇ ਵਿੱਚ ਜਿਸ ਨੇ ਜਾਗਿਸ਼ਰੀ ਨਾਲ ਕੀਤੀ ਕਿ ਉਹ ਸੈਂਟਰ ਤੇ ਕਬਜ਼ਾ ਕਰਨ ਦੀ ਗੱਲ ਕਰ ਰਹੇ, ਬਾਕੀ ਉਹਨਾਂ ਨੂੰ ਬਹੁਤੀ ਲੋੜ ਨਹੀਂ ਪਈ। ਹਾਲੀ ਕਿ ਪੰਜਾਬ ਦੇ ਵਿੱਚ ਵੀ ਇਹਨਾਂ 117 ਹਲਕਿਆਂ 'ਚ ਹਲਕਾ ਇੰਚਾਰਜ ਲਾਤੇ ਇਲੈਕਸ਼ਨ ਲੜਨ ਵਾਸਤੇ। ਲੇਕਿਨ ਸਿੱਧੂ ਸਾਹਿਬ ਜਿਹੜੇ ਜਾ ਰਹੇ ਨੇ, ਤੇ ਸਿੱਧੂ ਸਾਹਿਬ ਨੇ ਅੱਗੇ ਕਿਹਾ ਸੀ ਮੈਂ ਸ਼ੋ ਪੀਸ ਨਹੀਂ ਬਣਨਾ ਚਾਹੁੰਦਾ, ਕਿ ਜਦੋਂ ਮਰਜ਼ੀ ਕੱਢਿਆ ਤੇ ਵਰਤ ਲਿਆ, ਉਹ ਨਹੀਂ ਬਣਨਾ ਚਾਹੁੰਦਾ। ਤੇ ਜਿਹੜੀ ਜ਼ਿੰਮੇਵਾਰੀ ਸੌਂਕ ਕੇ ਮੈਂ ਪੂਰੀ ਆਪਣੀ ਜਿਹੜੀ ਸੀ ਬਾਖੂਬੀ ਨਿਭਾਊਂਗਾ। ਇਹਦੇ ਬਾਰੇ ਹੁਣ ਦੂਜੇ ਪਾਸੇ ਕੈਪਟਨ ਸਾਹਿਬ ਵੀ ਹੰਡੇ ਵਰਤੇ ਪੋਲੀਟੀਸ਼ੀਅਨ, ਉਹ ਉਹਨਾਂ ਨੂੰ ਨਹੀਂ ਗੋਣਾ ਚਾਹੁੰਦੇ ਤੇ ਸਿੱਧੂ ਨੂੰ ਨਹੀਂ ਗੋਣਾ ਚਾਹੁੰਦੇ। ਇਹ ਵਿਚਕਾਰ ਦਾ ਰਸਤਾ ਹੁਣ ਹਾਈਕਮਾਂਡ ਕਿਵੇਂ ਤੇ ਕੀ ਕੱਢਦੀ ਹੈ। ਸਿੱਧੂ ਸਾਹਿਬ ਦੀ ਇੱਕੋ ਹੀ ਡਿਮਾਂਡ ਹੈ ਕਿ ਮੈਨੂੰ ਤੁਸੀਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿਓ, ਆਪ ਅਗਲੀ ਗੱਲ ਫਿਰ ਚੱਲੇ। ਹੁਣ ਉਹ ਬਣਦੇ ਜਿਹੜੀ ਬਣਦੇ ਬਾਅਦ ਦੀ ਗੱਲ, ਬੜੀ ਵੱਡੀ ਡਿਮਾਂਡ। ਜੀ ਜੀ। ਗੱਲ ਇਹ ਆ ਵੀ ਘਰ ਦੀ ਚਾਬੀ ਮੈਨੂੰ ਦੇ ਦਿਓ, ਕਿੰਨੇ ਅੰਦਰ ਆਉਣਾ ਕਿੰਨੇ ਨਹੀਂ ਆਉਣਾ ਉਹ ਤਾਂ ਫਿਰ ਕੈਪਟਨ ਸਾਹਿਬ ਦਾ ਪੂਰਾ ਜ਼ੋਰ ਲੱਗਾ ਹੋਊਗਾ ਵੀ ਇਹ ਕੰਮ ਨਹੀਂ ਹੋਣਾ ਹੋਊਗਾ। ਕਿਉਂਕਿ ਇਹ ਕੰਮ ਦੇ ਵਿੱਚ ਬਾਜਵਾ ਸਾਹਿਬ ਵੀ ਤਾਂ ਸੀਨੀਅਰ ਬੈਠੇ ਨੇ। ਅਜੇ ਟਰਨ ਬਾਏ ਟਰਨ ਵੇਖਿਆ ਜਾਵੇ ਤਾਂ ਚਲੋ ਖੈਰ ਨਹੀਂ ਵੀ ਵੇਖੋ, ਜੇ ਹਾਈ ਕਮਾਂਡ ਜੇ ਸੋਚਦੀ ਹੈ ਕਿ ਚਾਹੇ ਸਾਨੂੰ ਤੁਸੀਂ ਤੁਹਾਡੇ ਕਹਿਣ ਦੇ ਮੁਤਾਬਕ ਭਾਵੇਂ ਸਾਨੂੰ ਜਿੰਨੀਆਂ ਮਰਜ਼ੀ ਸੀਟਾਂ ਆਉਣ, ਪਰ ਨਵਜੋਤ ਸਿੱਧੂ ਦੀ ਕਿਉਂਕਿ ਇੱਕ ਉਹਨਾਂ ਦਾ ਨੈਸ਼ਨਲ ਫਿਗਰ ਹੈ, ਇੰਟਰਨੈਸ਼ਨਲ ਤੌਰ ਤੇ ਉਹਦੀ ਇੱਕ ਸੇ ਹੈ ਨਾ। ਤੇ ਹਾਂਜੀ, ਚਾਵਲਾ ਸਾਹਿਬ ਜਿਹੜੇ ਕੈਪਟਨ ਸਾਹਿਬ ਹਨ, ਉਹ ਵੀ ਇਸ ਸਿਚੁਏਸ਼ਨ ਦੇ ਵਿੱਚ ਨਹੀਂ ਜਿਹੜੀ ਉਹਨਾਂ 16 ਦਬਕਾ ਮਾਰਿਆ, 2016 ਦਬਕਾ ਮਾਰਿਆ ਸੀ ਜਾਂ ਮੈਨੂੰ ਪ੍ਰਧਾਨ ਬਣਾਉਂਦੇ, ਮੈਂ ਵੱਖਰੀ ਪਾਰਟੀ ਬਣਾਉਣ ਲੱਗਾ ਜੇ। ਉਦੋਂ ਮਜਬੂਰੀ ਬਣ ਗਈ ਸੀ ਪ੍ਰਧਾਨ ਬਣਾਉਣ ਦੀ, ਉਦੋਂ ਬਣਾਤਾ। ਹੁਣ ਕੈਪਟਨ ਸਾਹਿਬ ਵੀ ਇਸ ਜਿਹੜੀ ਹੈ ਪਾਵਰ 'ਚ ਨਹੀਂ ਹੈਗੇ, ਇੰਨੇ ਦਮ ਨਹੀਂ ਰੱਖਦੇ ਵੀ ਵੱਖਰੀ ਪਾਰਟੀ ਬਣਾ ਕੇ ਸਰਵਾਈਵ ਕਰ ਸਕਦੇ। ਜੀ ਜੀ ਜੀ। 1992 ਦੇ ਵਿੱਚ 2 ਸੀਟਾਂ ਲੜੇ ਸੀ ਕੈਪਟਨ ਸਾਹਿਬ। ਇੱਕ ਸੀਟ ਤੋਂ ਅਨਕੰਟੈਸਟ ਜਿੱਤੇ ਸੀਗੇ ਤੇ ਦੂਜੀ ਸੀਟ ਤੋਂ 787 ਵੋਟਾਂ ਮਿਲੀਆਂ ਸੀ, ਜ਼ਮਾਨਤ ਜ਼ਬਤ ਹੋਈ ਸੀ। ਤੇ ਕੈਪਟਨ ਸਾਹਿਬ ਵੀ ਚੇਤਾ ਪਿਛਲੇ ਰੱਖਦੇ ਆ, ਲੇਕਿਨ ਇਹ ਬੁੜੇ ਹੋਏ ਸਿਆਸਤਦਾਨ, ਉਹਨਾਂ ਨੂੰ ਪਤਾ ਵੀ ਕਿਹੜੀ ਗੋਟੀ ਕਿੱਥੇ ਫਿੱਟ ਕਰਨੀ ਹੈ। ਗੋਟੀਆਂ ਦੇ ਮਾਹਿਰ ਨੇ। ਲੇਕਿਨ ਦੂਜੇ ਪਾਸੇ ਇਹ ਜਿਹੜਾ ਸਿੱਧਾ ਜੱਟ ਆ, ਸਰੇਲਾ ਜੱਟ ਆ, ਘਾਟੇ ਵੀ ਨਹੀਂ ਗੋਟੀਆਂ ਭਾਵੇਂ ਨਾ ਫਿੱਟ ਕਰ ਸਕਦਾ ਹੋਵੇ, ਲੇਕਿਨ ਇਹਦੇ ਘੋੜੇ ਦੀ ਟਾਪ ਵੀ ਇੰਨੀ ਉੱਚੀ ਹੈ ਕਿ ਸਭ ਨੂੰ ਸੁਣਾਈ ਦਿੰਦੀ ਹੈ।
ਜੀ ਬਿਲਕੁਲ ਟਾਪ ਤੁਸੀਂ ਜਿਹੜੀ ਗੱਲ ਬਹੁਤ ਵਧੀਆ ਵੱਡੀ ਗੱਲ ਕੀਤੀ ਵੀ ਇਹਦੇ ਘੋੜੇ ਦੀ ਟਾਪ ਸੁਣਾਈ ਦਿੰਦੀ। ਖੈਰ ਅੰਮ੍ਰਿਤਸਰ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਰਹੇ, ਤੁਹਾਡਾ ਕਾਫੀ ਮਤਲਬ ਐਕਸਪੀਰੀਅੰਸ ਹੈ ਉਹਨਾਂ ਨਾਲ ਕੰਮ ਵੀ, ਸ਼ਾਇਦ ਤੁਸੀਂ ਅੱਜ ਪੱਤਰਕਾਰੀ, ਕਿਉਂਕਿ ਪੁਲਿਸ ਦਾ ਤੇ ਪੱਤਰਕਾਰਾਂ ਦਾ 9 ਮਾਸ ਦਾ ਰਿਸ਼ਤਾ, ਜਿਵੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ 9 ਫੇਰ ਉੱਗਣਾ ਸ਼ੁਰੂ ਹੋ ਗਿਆ। ਯੂਥ ਅਕਾਲੀ ਦਲ ਨੇ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਦੇ ਘਰ ਤੇ ਘਿਰਾਓ ਕੀਤਾ, ਬੈਰੀਕੇਡ ਤੋੜੇ ਨੇ, ਹਾਂਜੀ ਕੀਤੀ ਸਰਵਿਸ, 15 ਵਰਕਰ ਗ੍ਰਿਫਤਾਰ ਤੇ ਰਿਹਾ ਵੀ ਹੋ ਗਏ। ਇਹਦੇ ਉੱਤੇ ਕੁਇਕਲੀ, ਕਿਉਂਕਿ ਗੱਲ ਅਸੀਂ ਕਰ ਚੁੱਕੇ ਹਾਂ, ਪਰ ਮੈਂ ਤੁਹਾਡਾ ਨਜ਼ਰੀਆ ਲੈਣਾ ਚਾਹੁੰਦਾ, ਕਿਉਂਕਿ ਖਾਸ ਤੌਰ ਤੇ ਤੁਸੀਂ ਸ੍ਰੀ ਅੰਮ੍ਰਿਤਸਰ ਦੇ ਵਿੱਚ ਹੋ ਤੇ ਇਹ ਏਰੀਆ ਵੀ ਤੁਹਾਡੇ ਕੋਲ ਪੈਂਦਾ। ਹਾਂਜੀ, ਜਿਹੜੀ ਕੁਮਰ ਦੀ ਤੁਸੀਂ ਗੱਲ ਕਰਦੇ ਹੋ, ਮੈਨੂੰ ਇਹ ਨਹੀਂ ਪਤਾ ਵੀ ਅਕਾਲੀਓ ਤੋਂ ਡਰ ਕੇ ਕੰਮ ਕਰਨ ਡਿਆ ਕਿ ਉਹਨੂੰ ਭਜਾਉਣ ਦੀ ਗੱਲ ਕਰਦੇ ਆ, ਕਰਨ ਦੀ ਗੱਲ ਕਰਦੇ। ਦੋਵਾਂ ਚ ਇੱਕ ਚੀਜ਼ ਹੈ। ਰੋਜ਼ ਤੁਸੀਂ ਕੁਮਰ ਦੇ ਖਿਲਾਫ ਪ੍ਰੈਸੋਂ ਕਰ ਰਹੇ ਹੋ, ਕੁਮਰ ਨੇ ਆ ਕਰਤਾ, ਤੁਸੀਂ ਪ੍ਰਚਾਰ ਨੂੰ ਆਪ ਕਰੀ ਜਾਂਦੇ, ਲੋੜ ਨਹੀਂ ਪ੍ਰਚਾਰ ਕਰਨ ਦੀ। ਲੋਕਾਂ ਨੂੰ ਪਤਾ ਵੀ ਕੁਮਰ ਨੇ ਕਿਹੜੇ ਕੰਮ ਕੀਤੇ ਕਿਹੜੇ ਨਹੀਂ ਕੀਤੇ, ਤੁਸੀਂ ਜੋ ਮਰਜ਼ੀ ਕਹੀ ਜਾਓ। ਰਾਜੀਵ ਭਗਤ ਜਿਹੜਾ ਜਿਸ ਤੇ ਹੁਣ ਤੁਸੀਂ ਕਹਿੰਦੇ ਦੋ ਕੁਕਲੀ ਕਰਦੇ, ਕੁਕਲੀ ਗੱਲ ਬਣਦੀ ਨਹੀਂ। ਰਾਜੀਵ ਭਗਤ ਜਿਹੜਾ ਵਾ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ, ਅੱਜ ਕੱਲ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਤੇ ਅੰਮ੍ਰਿਤਸਰ ਵੈਸਟ ਤੋਂ ਉਮੀਦਵਾਰ। ਉਹਨੂੰ ਇੱਕ ਕੇਸ 'ਚ ਬੁਲਾਇਆ, ਹੈਰੋਇਨ ਦੀ ਕੋਈ ਸਮਗਲਿੰਗ ਹੋਈ ਸੀ 15 ਕਰੋੜ ਦੀ, ਕੋਈ ਕੇਸ 'ਚ ਬੁਲਾਇਆ ਗਿਆ ਉਹਨੂੰ ਸਿਰਫ ਪੁੱਛ ਪੜਤਾਲ ਵਾਸਤੇ। ਨੋਮੀਨੇਟ ਨਹੀਂ ਕੀਤਾ ਅਜੇ ਤੱਕ। ਜਦੋਂ ਕਿਸੇ ਪੁਲਿਸ ਅਫਸਰ ਨੇ ਕੋਈ ਅਜੇ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕੋਈ FIR ਲੌਂਚ ਨਹੀਂ ਕੀਤੀ, ਤੁਸੀਂ ਪਹਿਲਾਂ ਰੌਲਾ ਪਾਤਾ ਵੀ ਕੌਣ ਸ਼ਾਮਲ ਹੈ ਜੀ। ਕੁਮਰਦੀਪ ਦਾ ਵਜੀਰ ਨਾਲ ਜਾਰੀ ਹੈ ਜੀ, ਇਹ ਆਪਣੀ IG ਗੱਡੀ 'ਚ ਜਿਹੜੀ ਢੋਂਦਾ ਰਿਹਾ ਜੀ, ਨਸਲ ਦੇ ਹਿਰੇ ਢੋਂਦਾ ਰਿਹਾ। ਇਹ ਗੱਲਾਂ ਤੁਸੀਂ ਕਰਦੇ ਹੋ, ਤੁਹਾਡੇ ਖਿਲਾਫ ਜੇ ਕੁਮਰ ਨੇ ਡੈਫਾਮੇਸ਼ਨ ਦਾ ਕੇਸ ਕਰਦਾ, ਤੁਹਾਨੂੰ ਭਾਈਆਂ ਨਾਲ ਨਾਰਾਜ਼ ਲੱਭਣਾ। ਲੇਕਿਨ ਕੁਮਰ ਨੂੰ ਹੋਣਾ ਚਾਹੀਦਾ ਵੀ ਉਹ ਪੁਲਿਸ ਅਫਸਰ ਨਹੀਂਗਾ, ਉਹ ਇੱਕ ਪੋਲੀਟੀਸ਼ੀਅਨ, ਉਹਨੂੰ ਜਾਬਤੇ 'ਚ ਰਹਿਣਾ ਪਊਗਾ। ਇਹਨਾਂ ਲੋਕਾਂ ਨੇ ਘਰਾਓ ਵੀ ਕਰਨਾ ਵਾ। ਇੱਕ ਪਾਸੇ ਕੁਮਰ ਦੇ ਘਰ ਦਾ ਘਰਾਓ ਹੋ ਰਿਹਾ ਸੀ, ਦੂਜੇ ਪਾਸੇ ਡਾਕਟਰ ਰਾਜ ਕੁਮਾਰ ਦਾ ਘਰ ਦਾ ਘਰਾਓ ਕਰ ਰਹੇ ਸੀ ਆਮ ਆਦਮੀ ਪਾਰਟੀ ਵਾਲੇ। ਇਸ ਕਰਕੇ ਅਕਾਲੀ ਦਲ ਜਿਹੜਾ ਵਾ ਉਹ ਕੁਮਰ ਨੂੰ ਕੁਛ ਕਰਨ ਦੀ ਲੋੜ ਨਹੀਂ। ਜਿੰਨਾ ਪ੍ਰਚਾਰ ਇਹਨਾਂ ਦਾ ਕਰਤਾ, ਦੱਸਤਾ ਵੀ ਕੁਮਰ ਵਿਜੇ ਪ੍ਰਤਾਪ ਜੀ ਨੇ ਰਿਜ਼ਾਈਨ ਕਰਕੇ ਉਹ ਪੋਲੀਟਿਕਸ 'ਚ ਆ ਗਿਆ। ਪਤਾ ਨਹੀਂ ਇਹਨਾਂ ਦਾ ਐਡਵਾਈਜ਼ਰ ਕੌਣ ਆ। ਤੁਸੀਂ ਸਗੋਂ ਨਾ ਹੀ ਨਾ ਲਓ, ਉਹਨੂੰ ਮਾਈਨਸ ਰੱਖੋ ਤੁਸੀਂ ਸੀਟਾਂ ਦੇ, ਆਪ ਤੁਸੀਂ ਪ੍ਰਚਾਰ ਕਰਨ ਦੇ ਹੋ। ਅੱਜ ਹੁਣ ਅਕਾਲੀਆਂ ਦੇ ਬਾਅਦ ਜਿਹੜਾ ਸੀ ਉਹਦੇ ਸਾਰੇ ਪੰਜਾਬ 'ਚ ਬੋਲ ਲੱਗ ਗਏ ਸੀ। ਉਹਦੇ ਬੰਦਿਆਂ ਬੋਲ ਲਾਤੀ ਵੀ ਉਸਦੇ ਇਮਾਨਦਾਰ ਜਿਹੜੇ ਸਾਨੂੰ ਸਿਆਸਤ ਚਾਹੀਦੀ, ਆਓ ਅੱਗੇ ਲੱਗੋ, ਅਸੀਂ ਹੋਰ ਨਹੀਂ ਸਕਦੇ, ਤੁਸੀਂ ਆਓ ਸਾਡੇ ਕੋਲ। ਇਸ ਕਰਕੇ ਅਕਾਲੀਆਂ ਦੀ ਜਿਹੜੀ ਆ ਉਹ ਮੇਰੇ ਖਿਆਲ ਜਿਹੜੀ ਦਿਮਾਗ ਦੀ ਟਿਬਰੀ ਜਿਹੜੀ ਕੱਸਣ ਵਾਲੀ ਸੁਣ ਜੀ, ਕਿ ਤੁਸੀਂ ਉਹਦਾ ਪ੍ਰਚਾਰ ਵੀ ਕਹਿੰਦੇ, ਤੁਸੀਂ ਆਪਣਾ ਪ੍ਰਚਾਰ ਕਰੋ ਜਾ ਕੇ। ਕੱਲ ਤੁਸੀਂ ਉਹਦੇ ਘਰ ਗਏ ਹੋ, ਧੱਕੇ ਮਾਰੇ ਤੁਸੀਂ ਪੁਲਿਸ ਨੂੰ, ਬੈਰੀਕੇਡ ਤੋੜੇ ਤੁਸੀਂ, ਬੈਰੀਕੇਡ ਗਾਹ ਮਰਦੇ ਹੋ, ਫਿਰ ਪੁਲਿਸ ਨੂੰ ਤੁਹਾਡੀ ਸਰਵਿਸ ਕਰਨੀ ਵੀ ਥੋੜੀ ਜੀ, ਭਾਵੇਂ ਹਲਕੀ ਜਿਹੀ ਕੀਤੀ ਹੈ। ਤੁਹਾਡੇ 15 ਬੜੇ ਬੰਦੇ ਫੜ ਕੇ ਬਾਹਰ ਤੋਂ ਗੱਡੀ 'ਚ ਪਾ ਕੇ ਥੜੇ ਲੈ ਕੇ ਤੇ ਫਿਰ ਤੁਸੀਂ ਵਾਪਸ ਵੀ ਆ ਗਏ ਹੋ, ਕੀ ਫਾਇਦਾ ਉਹਦਾ ਜੀ। ਪੱਟੀ ਸਾਹਿਬ, ਮੇਰੇ ਨਾਲ ਕਾਲਰ ਨੇ, ਕੁਐਸਚਨ ਬੜੇ 2-3 ਅਹਿਮ ਨੇ ਤੇ ਡਿਫਰੈਂਟ ਐਂਗਲ ਤੋਂ ਵੀ ਸਵਾਲ ਬਣਦੇ ਨੇ, ਪਰੰਤੂ ਕਾਲ ਲੈ ਲੈਣੇ ਜੀ। ਵੈਲਕਮ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਪੱਟੀ ਸਾਹਿਬ ਅਤੇ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ। ਵੀ ਸਵਾਲ ਬਣਦੇ ਨੇ, ਪਰੰਤੂ ਕਾਲ ਲੈ ਲੈਣੇ ਜੀ। ਵੈਲਕਮ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਪੱਟੀ ਸਾਹਿਬ ਅਤੇ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ। ਪੱਟੀ ਸਾਹਿਬ, ਤੁਸੀਂ ਇਹ ਗੱਲ ਕਹੀ ਹੈ ਕਿ ਸਿੱਧੂ ਜੋ ਹੈ ਉਹਨੂੰ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਜਾ ਸਕਦੀ ਆ, ਉਹ ਮੰਗਦਾ ਹੈਗਾ ਕਿ ਉਹ ਜਿਹੜੇ ਗਲਤ ਕੰਮ ਹੋ ਰਹੇ 18 ਕਹਿ ਰਿਹਾ, ਕੋਈ 11, ਉਹ ਬੰਦ ਹੋ ਜਾਣਗੇ ਉਹ ਅਹੁਦਾ ਲੈਣ ਨਾਲ। ਕੈਪਟਨ ਸਾਹਿਬ ਦੇ ਥੱਲੇ ਰਹਿ ਕੇ ਜਰਾ ਇਹਦੇ ਬਾਰੇ ਦੱਸੋ ਜੀ। ਇਹਦੇ ਵਿੱਚ ਰੇਤ ਵੀ ਆ, ਇਹਦੇ ਵਿੱਚ ਸਭ ਕੁਛ ਹੈ ਤੇ ਸਮੁੰਦਰ 'ਚ ਸਮਾ ਵੀ ਸਭ ਕੁਝ ਜਾਂਦਾ ਵਾ। ਇਸ ਕਰਕੇ ਤੁਸੀਂ ਚਿੰਤਾ ਨਾ ਕਰੋ, ਜਦੋਂ ਸਮਾਂ ਆਉਣਾ ਇਹ ਸਮੁੰਦਰ ਸਭ ਕੁਝ ਸਮਾ ਜਾਣਾ। ਅਜੇ ਕੱਲ ਅਸੀਂ ਇਲਜ਼ਾਮਬਾਜ਼ੀ ਕਰ ਰਹੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ 3500 ਕਰੋੜ ਦੇ ਘੁਟਾਲੇ ਦੋਸ਼ ਲੱਗੇ, ਜਿਹਦੇ 35 ਕਰੋੜ ਨਹੀਂ ਕੈਪਟਨ ਸਾਹਿਬ ਲੱਭ ਸਕੇ। ਦੋਸ਼ ਲਾਉਣੇ ਸੌਖੇ ਆ, ਸਾਬਤ ਕਰਨੇ ਬੜੇ ਔਖੇ। ਇਸ ਕਰਕੇ ਕੈਪਟਨ ਜੀ ਸਿੱਧੂ ਸਾਹਿਬ ਨੂੰ ਕੀ ਮਿਲਦਾ ਕੀ ਨਹੀਂ ਮਿਲਦਾ ਪਰ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ। ਬੁਲਾਇਆ ਅਜੇ ਹਾਲ ਹੀ ਕਰੀ ਜਾਂਦੀ ਉਹਨੂੰ, ਉੱਥੇ ਕੀ ਗੱਲਬਾਤ ਹੁੰਦੀ ਹੈ ਉਹ ਜੋ ਹੋਈ ਗੱਲਬਾਤ ਫਿਰ ਗੱਲ।
ਕਹਾਵਤ ਹੈ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਖਲੀ। ਮੈਂ ਕਿਉਂ ਰੋਕਾਂ ਜੀ। ਕਸ਼ਮੀਰ ਦੇ ਵਿੱਚ ਸਿੱਖ ਕੁੜੀ ਦਾ ਅਗਵਾ ਦਾ ਮਾਮਲਾ ਸਿਖਰਾਂ ਤੇ ਹੈ। ਜਿਵੇਂ ਨਨਕਾਣਾ ਸਾਹਿਬ ਵਾਲਾ ਸੀ ਨਾ ਗੁਰਦੁਆਰਾ ਸਾਹਿਬ, ਉੱਥੇ ਇੱਕ ਗ੍ਰੰਥੀ ਦੀ ਧੀ ਦਾ ਮਾਮਲਾ ਸੀ, ਯਾਦ ਹੈ ਤੁਹਾਨੂੰ? ਜੀ ਜੀ ਜੀ। ਬੜਾ ਸਿਖਰ ਤੇ ਗਿਆ, ਅੰਤਰਰਾਸ਼ਟਰੀ ਪੱਧਰ ਤੇ ਗਿਆ ਉਹ ਲੜਕੀ ਨੇ ਆਪਣੇ ਮਾਂ-ਬਾਪ ਦੇ ਘਰ ਜਾਣ ਦੀਆਂ ਖਬਰਾਂ ਆਉਂਦੀਆਂ ਸੀ ਕਿ ਨਹੀਂ ਜਾਣਾ, ਮਤਲਬ ਰਲਿਆ ਮਿਲਿਆ ਜਿਹਾ ਮਾਮਲਾ ਸੀ। ਹੋ ਸਕਦਾ ਲੜਕੀ ਨੇ ਪਿਆਰ ਵੀ ਕਰ ਲਿਆ ਹੋਵੇ ਲੜਕੇ ਉਹਨਾਂ ਨਾਲ, ਹੈ ਨਾ। ਮਤਲਬ ਉਹ ਕਹਿੰਦੇ ਕਿ ਜਿਹੜਾ ਇਸ਼ਕ ਆ ਜਾਤ ਨਹੀਂ ਵੇਖਦਾ, ਪਾਤ ਨਹੀਂ ਵੇਖਦਾ, ਹੈ ਨਾ। ਬਿਲਕੁਲ ਜੀ। ਜਦੋਂ ਸਿੱਖ ਕੁੜੀ ਦਾ ਮਸਲਾ ਆਉਂਦਾ ਹੈ ਤੇ ਅਸੀਂ ਮਤਲਬ ਜਾਂ ਹਿੰਦੂ ਕੁੜੀ ਦਾ ਮਸਲਾ ਆਉਂਦਾ ਹੈ, ਅਸੀਂ ਬੜਾ ਉਹਨੂੰ ਜੋਸ਼ ਖੋਜ ਦੇ ਨਾਲ ਖਬਰਾਂ ਲਾਉਂਦੇ ਵੀ ਹੈ, ਪਰ ਤਸਵੀਰ ਦਾ ਦੂਜਾ ਪਾਸਾ ਵੀ ਹੁੰਦਾ। ਜੀ ਜੀ ਜੀ। ਸਿੱਖਾਂ ਦਾ ਮੁੰਡਾ ਤੇ ਮੁਸਲਮਾਨਾਂ ਦੀ ਧੀ ਨਾਲ ਵਿਆਹ ਕਰਵਾ ਲੇ, ਜਿਹੜਾ ਕਿ ਬਹੁਤ ਮੁਸ਼ਕਲ ਹੈ, ਉਹ ਮੰਨਦੇ ਹੀ ਨਹੀਂ, ਹੈ ਨਾ। ਬੜੇ ਆਪਣੇ ਮਜ਼ਹਬ ਦੇ ਵਿੱਚ ਪੱਕੇ ਨੇ। ਕੁੜੀਆਂ ਮੈਂ ਵੇਖੀਆਂ ਨੇ, ਮੇਰੇ ਕੋਲ ਐਗਜ਼ਾਮਪਲ ਹੈ, ਜੇ ਕਿਸੇ ਨੇ ਪ੍ਰੂਫ ਲੈਣਾ ਹੋਵੇ ਤਾਂ ਮੈਂ ਪ੍ਰੂਫ ਦੇ ਦੂੰਗਾ, ਪ੍ਰੂਫ ਸਬੂਤ ਦੇ ਦੂੰਗਾ ਵੀ ਇੰਨੇ ਚਿਰ ਤੋਂ ਇਕੱਠੇ ਰਹਿ ਰਹੇ ਨੇ ਪਰ ਮਾਂ-ਬਾਪ ਨਹੀਂ ਮੰਨ ਰਹੇ ਕੁੜੀ ਦੇ। ਮੁੰਡਾ ਕਹਿੰਦਾ ਮੈਂ ਆਪਣਾ ਧਰਮ ਤਬਦੀਲ ਨਹੀਂ ਕਰਨਾ, ਉਹ ਕਹਿੰਦੀ ਵੀ ਮੈਂ ਤੇ ਰਾਜੀ ਹਾਂ, ਮੇਰੇ ਮਾਂ-ਬਾਪ। ਚਲੋ ਕਿੰਨੇ ਵਰਿਆਂ ਤੋਂ ਰਹਿ ਰਹੇ ਨੇ, ਜੇ ਕਿਸੇ ਨੇ ਐਗਜ਼ਾਮਪਲ ਲੈਣੀ ਮੈਂ ਦੇ ਦੂੰ। ਪਰ ਸਿੱਖਾਂ ਦਾ ਅਤੇ ਸਿੱਖਾਂ ਦੇ ਨਾਲ ਹਿੰਦੂ ਭਾਈਚਾਰੇ ਦੇ ਜਦੋਂ ਕੁੜੀਆਂ ਦਾ ਮਾਮਲਾ ਆਉਂਦਾ ਹੈ ਭਈ ਉਹ ਬੜੀ ਵੱਡੀ ਪੱਧਰ 'ਤੇ ਫੈਲਦਾ, ਭਾਵੇਂ ਕਿ ਕੁੜੀ ਦਾ ਉਹ ਉਸ ਮੁੰਡੇ ਦੇ ਨਾਲ ਲਗਾਅ ਹੋਵੇ ਚਾਹੇ ਨਾ ਹੋਵੇ। ਮੈਂ ਕਹਾਣੀ ਦੇ ਇਹ ਨਹੀਂ ਕਹਿ ਰਿਹਾ ਵੀ ਕੁੜੀ ਦਾ ਲਗਾਅ ਹੋ ਸਕਦਾ ਕਿ ਵਾਕਈ ਅਗਵਾ ਕੀਤੀ ਹੋਵੇ, ਹੈ ਨਾ। ਕਿਉਂਕਿ ਮੌਲਵੀ ਇੱਕ ਕਹਿੰਦਾ ਪਾਕਿਸਤਾਨ ਦੇ ਵਿੱਚ ਕਿ ਮੈਂ ਤਾਂ ਸ਼ਰੇਆਮ ਕਰਾਉਣਾ ਵਿਆਹ, ਹੈ ਨਾ, ਦੂਜੇ ਧਰਮ ਦੀਆਂ ਕੁੜੀਆਂ ਦੇ ਨਾਲ। ਉਹ ਤਾਂ ਆਪਣਾ ਧਰਮ ਮੰਨਦਾ, ਉਹ ਤਾਂ ਆਪਣੇ ਜੰਨਤ ਦੇ ਰਾਹ ਖੋਲ੍ਹ ਰਿਹਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਉਸ ਕੁੜੀ ਨੇ ਇਹ ਕਹਿਤਾ ਕਿ ਮੈਂ ਤਾਂ ਭਈ ਵਾਕਈ ਮੁੰਡੇ ਨੂੰ ਪਿਆਰ ਕਰਦੀ, ਇੰਡੀਪੈਂਡੈਂਟ ਤੌਰ 'ਤੇ ਜੇ ਖੁਦ ਕੋਈ ਸੰਸਥਾ ਚੱਲ ਗਈ ਜਾਂ NGO ਚੱਲ ਗਈ ਜਾਂ ਕੁਛ ਵੀ ਚੱਲ ਗਈ, ਮਨੁੱਖੀ ਅਧਿਕਾਰ ਚੱਲ ਗਈ, ਜੇ ਉਹਨੇ ਕਹਿ ਦਿੱਤਾ ਕਿ ਮੈਂ ਜੀ ਮੁੰਡੇ ਨਾਲ ਪਿਆਰ ਕਰਦੀ ਹਾਂ, ਮੇਰਾ ਤੇ ਲਾਭ ਆਓ, ਅਤੇ ਆਹ ਜਿਹੜੇ ਸਿਰਸੇ ਹੋਣੀ ਅਤੇ ਉਦੋਂ ਬਾਅਦ ਸਰਦਾਰ ਸਰਨਾ ਸਾਹਿਬ ਵੀ ਪਹੁੰਚ ਗਏ ਨੇ ਕਸ਼ਮੀਰ। ਹੁਣ ਤੱਕ 2 ਦਰਜਨ ਦੇ ਕਰੀਬ ਸਿੱਖ ਕੁੜੀਆਂ ਹੋ ਚੁੱਕੀਆਂ ਨੇ ਅਗਵਾ। ਹੁਣ ਭਾਵੇਂ 2 ਦਰਜਨਾਂ ਤੋਂ ਵੱਧ ਲੈ ਲਓ, 4 ਦਰਜਨਾਂ ਵੀ ਬਣਾ ਲਓ, ਕਿਉਂਕਿ ਸਾਡੇ ਕਬੀਰ ਨੇ ਬੜੀ ਵਧੀਆ ਗੱਲ ਕੀਤੀ ਸੀ ਕਿ ਜਦੋਂ ਕਸ਼ਮੀਰ ਦੇ ਵਿੱਚ ਉਹਨਾਂ ਦਾ ਪੂਰਾ ਰਾਜ ਸੀ, ਹਾਂਜੀ, ਜਦੋਂ ਪੂਰੀ ਉਹਨਾਂ ਦੀ ਮੁਹਿੰਮ ਸੀ, ਉਦੋਂ ਤਾਂ ਸਿੱਖਾਂ ਦੀਆਂ ਕੁੜੀਆਂ ਦੇ ਸਿੱਖਾਂ ਦੇ ਮਤਲਬ ਇਹੋ ਜਿਹੇ ਮਸਲੇ ਉੱਥੇ ਨਹੀਂ ਉੱਠੇ, ਪਰ ਹੁਣ ਇਹ ਉੱਠਦੇ ਨੇ। ਉਹਨੇ ਬੜੀ ਲਿੰਕ ਜੋੜਿਆ ਇਹਦੇ ਨਾਲ। ਕੀ ਕਹਿਣਾ ਚਾਹੋਗੇ? 200 ਤੋਂ ਉੱਤੇ ਪਿੰਡ ਨੇ ਮੇਰੇ ਖਿਆਲ ਦੇ ਵਿੱਚ ਉੱਥੇ ਸਿੱਖਾਂ ਦੇ ਕਸ਼ਮੀਰ 'ਚ। ਜੀ ਜੀ ਜੀ। ਅਤੇ ਜਦੋਂ ਤੁਹਾਡੀ ਮਾਤਰ ਭਾਸ਼ਾ ਪੰਜਾਬੀ ਦੇ ਉੱਤੇ ਐਡਾ ਵੱਡਾ ਇਹਨਾਂ ਨੇ ਆਰਾ ਚਲਾਇਆ, ਉਦੋਂ ਮਾਫ ਕਰਨਾ ਸਰਨਾ ਸਾਹਿਬ ਸਾਡੇ ਸਤਿਕਾਰਯੋਗ ਨੇ ਬਿਆਨ ਵੀ ਸ਼ਾਇਦ ਦਿੱਤਾ ਹੋਊਗਾ, ਅਤੇ ਸਿਰਸਾ ਸਾਹਿਬ ਉੱਥੇ ਉਦੋਂ ਜਾ ਕੇ ਕਿਉਂ ਨਹੀਂ ਬੈਠੇ, ਉਦੋਂ ਕਿਉਂ ਨਹੀਂ ਕਸ਼ਮੀਰ ਪਹੁੰਚੇ? ਤੁਹਾਡੀ ਮਾਤਰ ਭਾਸ਼ਾ ਤੁਹਾਨੂੰ ਖਤਮ ਕਰ ਦਿੱਤੀ ਗਈ ਉੱਥੇ, ਜਦੋਂ ਕਿ ਐਡੀ ਵੱਡੀ ਤੁਹਾਡੀ ਉੱਥੇ ਬੋਲੀ ਹੈ। ਅਤੇ ਖਾਲਸਾ ਰਾਜ ਦੇ ਵੇਲੇ ਉਸ ਵਕਤ ਦੇ ਭਾਵੇਂ ਇੱਕ ਡੋਗਰਾ ਸੀ, ਉਹ ਜਿਹਨੇ 80 ਲੱਖ ਦਾ ਉਸ ਵਕਤ ਕਸ਼ਮੀਰ ਜਿਹੜਾ ਸੀ ਬਾਏ ਕੀਤਾ ਸੀ, ਲਾਲ ਸੋਹਣੇ, ਯਾਦ ਹੈ ਨਾ ਤੁਹਾਨੂੰ? ਜੀ ਜੀ। ਤੇ ਉੱਥੇ ਤੁਹਾਡੀ ਭਾਸ਼ਾ ਖਤਮ ਕਰ ਦਿੱਤੀ ਗਈ। ਤੇ ਇਸ ਲੜਕੀ ਦੇ ਮਾਮਲੇ ਦੇ ਵਿੱਚ ਜੇ ਇੱਕ ਮੈਂ ਆਪਣੇ ਤੌਰ ਤੇ ਸੋਚਦਾ ਵੀ ਜੇ ਕੁੜੀ ਨੇ ਇੱਕ ਵੀ ਬਿਆਨ ਦੇ ਦਿੱਤਾ, ਜਿਵੇਂ ਉਹ ਨਨਕਾਣਾ ਸਾਹਿਬ ਵਾਲੇ ਮਾਮਲੇ ਦੀ ਕੁੜੀ ਨੇ ਦਿੱਤਾ ਸੀ, ਗਈ ਨਹੀਂ ਘਰੇ, ਮਾਂ-ਬਾਪ ਦੇ ਕਹਿੰਦੇ ਬਿਆਨ ਛਾਪਦੇ ਰਹੇ, ਉਹ ਵੀ ਤਾਂ ਪੱਤਰਕਾਰੀ ਹੈ ਨਾ। ਜਿਹੜੀ ਸਾਨੂੰ ਪੱਤਰਕਾਰੀ ਚੰਗੀ ਲੱਗਦੀ, ਸਾਡੇ ਕੰਨਾਂ ਨੂੰ ਜਿਹੜਾ ਸੰਗੀਤ ਚੰਗਾ ਲੱਗਦਾ ਵੀ ਕੁੜੀ ਕਹਿ ਦੇਵੇ ਕਿ ਨਹੀਂ ਵਾਕਿਆ ਮੈਨੂੰ ਧੱਕੇ ਨਾਲ ਅਗਵਾ ਕੀਤਾ ਹੈ, ਤੇ ਫਿਰ ਤਾਂ ਸਾਡੇ ਮਨ 'ਚ ਸਕੂਨ ਆ ਜਾਊਗਾ। ਤੇ ਜੇ ਉਹ ਕਹਿ ਦੇ, ਜੇ ਉਹਨੇ ਕਹਿ ਤਾ ਕਿ ਨਹੀਂ ਮੈਂ ਇਹਨੂੰ ਪਿਆਰ ਕਰਦੀ ਹਾਂ, ਤਾਂ ਫਿਰ ਕੀ ਹੱਥ ਲੈ ਕੇ ਆਉਣਗੇ? ਕੀ ਕਹਿਣਾ ਚਾਹੋਗੇ? ਜਗਜੀਤ ਕੌਰ ਨੇ ਜਿਹੜੀ ਲਾਹੌਰ 'ਚ ਅਗਵਾ ਹੋਈ ਸੀ, ਪਾਕਿਸਤਾਨ ਅਗਵਾ ਹੋਈ ਸੀ, ਸ਼ਰੇਆਮ ਕਿਹਾ ਸੀ 2 ਮਹੀਨੇ ਕੇ 3 ਮਹੀਨੇ ਉਹ ਦਾਦੂ ਲਾਮ ਕਹਿੰਦੇ ਉਹਨੂੰ ਉੱਥੇ ਰਹੀ ਸੀ ਜੀ, ਜਿਹਨੂੰ ਵੂਮਨ ਕੇਅਰ ਸੈਂਟਰ ਕਹਿੰਦੇ ਸੀ। ਉਸ ਸੈਂਟਰ 'ਚ ਰਹੀ ਸੀ। ਉਸ ਸੈਂਟਰ ਦੇ ਵਿੱਚ ਰਹਿਣ ਤੋਂ ਬਾਅਦ ਵੀ ਉਹਨੇ ਜਾ ਕੇ ਕੋਰਟ ਜੱਜ ਨੂੰ ਕਹਿ ਦਿੱਤਾ ਕਿ ਮੈਂ ਲਵ ਕਰਦੀ, ਮੈਂ ਲਵ ਮੈਰਿਜ ਕਰਾਈ, ਮੈਂ ਆਪਣੇ ਸਹੁਰੇ ਘਰ ਜਾਣਾ ਚਾਹੁੰਦੀ, ਨਾ ਕਿ ਮਾਂ ਪਿਓ ਦੇ ਘਰ ਜਾਣਾ। ਤੇ ਕੋਰਟ ਕੀ ਕਰਦੀ? ਕੋਰਟ ਨੇ ਫਿਰ ਕਹਿੰਦੇ ਠੀਕ ਹੈ ਬੀਬੀ ਜਾਓ। ਇਸ ਕਰਕੇ ਜਿਹੜੀਆਂ ਆਪਾਂ ਤੁਸੀਂ ਕੀਤਾ 2 ਦਰਜਨ, ਉਹ 25 ਤੋਂ ਲਾਗੇ 30,000 ਕੁੜੀਆਂ ਜਿਹੜੀਆਂ ਪਹਿਲਾਂ ਵੀ ਲਵ ਮੈਰਿਜ ਉੱਥੇ ਕਰਵਾ ਚੁੱਕੀਆਂ ਨੇ, ਸਿੱਖਾਂ ਦੀਆਂ ਮੁੰਡਿਆਂ ਦੀ, ਸਿੱਖਾਂ ਦੀਆਂ ਕੁੜੀਆਂ ਮੁਸਲਮਾਨ ਦੇ ਮੁੰਡਿਆਂ ਦਾ। ਪੱਟੀ ਸਾਹਿਬ ਸੌਰੀ, ਮੈਂ 1 ਮਿੰਟ ਤੁਹਾਡਾ ਹੋਰ ਲੈ ਲੈਣਾ। ਕੀ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨ ਜਾਂ ਹੋਰ ਕੰਟਰੀਆਂ ਦੇ ਵਿੱਚ ਸਾਡੀਆਂ ਸਿੱਖਾਂ ਦੀਆਂ ਕੁੜੀਆਂ ਦੂਸਰੇ ਧਰਮਾਂ ਦੇ ਮੁੰਡਿਆਂ ਨਾਲ ਵਿਆਹ ਨਹੀਂ ਕਰਾਉਂਦੀਆਂ? ਸ਼੍ਰੀਲੰਕਨ ਨਾਲ ਵਿਆਹ ਨਹੀਂ ਕਰਾਉਂਦੀਆਂ? ਕਾਲਿਆਂ ਨਾਲ ਵਿਆਹ ਨਹੀਂ ਕਰਾਉਂਦੀਆਂ? ਪੁਰਤਗੀਜ਼, ਇਟਾਲੀਅਨ ਨਾਲ ਵਿਆਹ ਨਹੀਂ ਕਰਾਉਂਦੀਆਂ?
ਇਸ ਚੀਜ਼ ਨੂੰ ਮੈਂ ਆਪ ਧੀ ਦਾ ਬਾਪ ਹਾਂ, ਠੀਕ ਆ। ਸਾਡੇ ਇੱਥੇ ਮੈਂ ਟਾਕ ਸ਼ੋ ਕੀਤਾ ਸੀ, ਭਲਿਆ ਵੇਲਾ ਕੋਈ ਸੋਸ਼ਲ ਨੈਟਵਰਕ ਮੀਡੀਆ ਨਹੀਂ ਸੀ। ਮੈਂ 404 ਹੀ ਵੋਲਟ ਦੀਆਂ ਤਾਰਾਂ ਨੂੰ ਹਮੇਸ਼ਾ ਨੰਗੀਆਂ ਨੂੰ ਹੱਥ ਪਾ ਕੇ ਚੱਲਿਆ। ਸਿਰਫ ਇੱਕ ਵਿਸ਼ਾ ਛੋਟਾ ਜਿਹਾ ਆਇਆ ਸੀ, ਪੱਟੀ ਸੌਰੀ ਟਾਈਮ ਤੁਹਾਡਾ ਲੈ ਲੱਗਾ ਕਿ ਲੜਕਾ ਚਾਹੀਦਾ, ਮੋਨਾ ਚਾਹੀਦਾ ਹੋਵੇ ਸਰਦਾਰ। ਤੇ ਗੱਲ ਚੱਲੀ 4 ਕੇ 6 ਹਫ਼ਤੇ ਮੈਂ ਟਾਕ ਸ਼ੋ ਕੀਤਾ ਤੇ ਇਹੋ ਜਿਹਾ ਕੁਝ ਬਾਹਰ ਨਿਕਲਿਆ ਸੀਗਾ ਵੀ ਰਹਿ ਰੱਬ ਦਾ ਨਾਂ। ਤੁਹਾਨੂੰ ਯਾਦ ਹੋਊਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਸੁਖਬੀਰ ਸਿੰਘ ਬਾਦਲ ਹੁਣਾਂ ਤੱਕ ਵੀ ਮਸਲਾ ਪਹੁੰਚਿਆ ਸੀ। ਇਹਨਾਂ ਦੀ ਦੂਰੋਂ ਨੇੜੋਂ ਇੰਗੜੀ ਪੜਿੰਗੜੀ ਸੀ। ਲੜਕੀ ਇੰਗਲੈਂਡ ਤੋਂ ਗਈ ਸੀ ਪਾਕਿਸਤਾਨ ਤੇ ਖਤਮ ਹੋ ਗਈ ਸੀ ਉੱਥੇ। ਉਹ ਤਾਂ ਸਿਰਫ ਆਪਣੇ ਪਿਆਰ ਕਰਕੇ ਗਈ ਸੀ, ਠੀਕ ਹੈ ਨਾ। ਉੱਥੇ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ, ਉਹ ਧੋਖਾ ਹੋਇਆ ਨਹੀਂ ਹੋਇਆ, ਗੱਲ ਵੱਖਰੀ ਆ। ਕੀ ਉਹ ਕੁੜੀ ਜ਼ਬਰਦਸਤੀ ਇੰਗਲੈਂਡ ਤੋਂ ਉੱਥੇ ਚੱਕੀ ਗਈ ਸੀਗੀ? ਆਪਣੇ ਪਿਆਰ ਦੀ ਖਾਤਰ ਗਈ। ਜੇ ਸਾਡਾ ਮੁੰਡਾ ਗੋਰੀ ਵਿਆਹ ਕੇ ਲਿਆਵੇ ਤੇ ਸਾਰਾ ਕੁਣਬਾ ਇਕੱਠਾ ਹੋ ਕੇ ਉਹ ਗੋਰੀ ਵੇਖਣ ਗਿਆ ਹੁੰਦਾ। ਆਣਾ ਸੋਹਣਾ ਮੁੰਡਾ ਗੋਰੀ ਲੈ ਕੇ ਆਇਆ ਇੰਗਲੈਂਡ ਤੋਂ, ਤੇ ਜੇ ਸਾਡੀ ਕੁੜੀ ਗੋਰੇ ਨਾਲ ਵਿਆਹ ਕਰਾਉਂਦੀ ਤੇ ਫਿਰ ਹੜਕੰਮ ਮੱਚਦਾ। ਇੱਥੇ ਬਹੁਤ ਕੁਝ ਰਾਜਨੀਤੀ ਹੋ ਰਹੀ ਹੈ। ਜਦੋਂ ਉੱਥੇ ਸਾਰਾ ਕੁਝ ਸਹੀ ਸੀ, ਵੇਖਿਓ ਤੁਸੀਂ ਕਿਤੇ ਨਾ ਕਿਤੇ ਕਾਲਾ ਮਾਲਾ ਨਿਕਲਣਾ। ਜੇ ਕੁੜੀ ਨੇ ਬਿਆਨ ਦੇ ਦਿੱਤਾ ਵੀ ਮੈਂ ਤਾਂ ਜੀ ਵਾਕਈ ਮੈਂ ਤਾਂ ਪਿਆਰ ਕਰਦੀ ਹਾਂ, ਜਾਂ ਕੁੜੀਆਂ ਨਹੀਂ ਪਿਆਰ ਕਰਦੀਆਂ, ਸਿੱਖਾਂ ਦੀਆਂ ਕੁੜੀਆਂ ਦੂਜੇ ਮੁੰਡੇ ਨਾਲ ਪਿਆਰ ਨਹੀਂ ਕਰ ਸਕਦੀਆਂ, ਕੀ ਸਾਡੇ ਧਰਮ 'ਚੋਂ ਇਹ ਹੁਕਮਨਾਮਾ ਹੈ? ਮਾਫ਼ ਕਰਨਾ, ਮੈਨੂੰ ਗਾਲਾਂ ਪੈਣਗੀਆਂ ਇਸ ਚੀਜ਼ ਦੇ ਉੱਤੇ, ਮੈਨੂੰ ਪਤਾ ਹੈ। ਕੱਟੜਬੰਦੀਆਂ ਨੇ ਗਾਲਾਂ ਕੱਢਣੀਆਂ ਨੇ, ਚਾਵਲੇ ਕੀ ਕਰਦੇ ਹੋ, ਪਰ ਕੀ ਹੈ ਹੁਕਮਨਾਮਾ? ਕੀ ਕਿਤੇ ਲਿਖਿਆ ਹੈ ਕਿ ਸਿੱਖਾਂ ਦੀ ਕੁੜੀ ਦੂਜੇ ਮੁੰਡੇ ਨਾਲ ਵਿਆਹ ਨਹੀਂ ਕਰਾ ਸਕਦੀ, ਜਾਂ ਸਿੱਖਾਂ ਦਾ ਮੁੰਡਾ ਦੂਜੇ ਧਰਮ ਦੀ ਕੁੜੀ ਨਾਲ ਵਿਆਹ ਨਹੀਂ ਕਰਾ ਸਕਦਾ? ਸਿੱਖਾਂ ਦਾ ਮੁੰਡਾ ਦੂਜੇ ਧਰਮ ਦੀ ਕੁੜੀ ਨਾਲ ਵਿਆਹ ਕਰਾ ਕੇ ਅਸੀਂ ਪਿੰਡਾਂ ਦੇ ਵਿੱਚ ਵੇਖਿਆ। ਸਾਡੇ ਪਿੰਡ ਦੇ ਵਿੱਚ ਅਸੀਂ ਛੋਟੇ ਛੋਟੇ ਹੁੰਦੇ ਸੀ, ਚਲੋ ਮੁੱਛਾਂ ਫੁੱਟੀਆਂ ਸੀਗੀਆਂ, ਤੇ ਫਲਾਣਾ ਹੋਦਾ ਵੀ ਉਹ ਮੁੰਡਾ ਲੈ ਕੇ ਆ ਜਰਮਨ ਤੋਂ ਗਿਆ ਸੀ, ਉਹ ਕੁੜੀ ਗੋਰੀ, ਤੇ ਸਾਰਾ ਖਾਨਦਾਨ ਉਹਨਾਂ ਦਾ ਤੇ ਸਾਰਾ ਪਿੰਡ ਆਨੀ ਬਾਨੀ ਗੋਰੀ ਵੇਖਣ ਜਾਂਦਾ ਸੀ। ਉਹ ਮੇਰੇ ਮਿੱਤਰ ਦੀ ਫਿਲਮ ਵਾਂਗੂ। ਉਹ ਤਾਂ ਠੀਕ ਆ, ਤੇ ਕੀ ਫਿਰ ਇਹਦਾ ਮਤਲਬ ਕੀ ਹੋਇਆ ਵੀ ਅੱਜ ਦੀ ਜਿਹੜੀ ਸਿੱਖਾਂ ਦੀ ਕੁੜੀ ਆ ਉਹ ਆਪਣੇ ਜਜ਼ਬਾਤਾਂ ਨੂੰ ਨਹੀਂ ਪ੍ਰਗਟ ਕਰ ਸਕਦੀ, ਉਹਨੂੰ ਪਿਆਰ ਕਰਨ ਦਾ ਹੱਕ ਨਹੀਂ? ਬੜਾ ਵੱਡਾ ਸਵਾਲ ਹੈ ਪੱਟੀ ਸਾਹਿਬ। ਚਾਵਲਾ ਸਾਹਿਬ ਦੀ ਤੁਸੀਂ ਗੱਲ ਕੀਤੀ ਅਕਾਲ ਤਖਤ ਦੀ। ਅਕਾਲ ਤਖਤ ਤੋਂ ਇੱਕ ਹੁਕਮਨਾਮਾ ਕੀ ਹੋਇਆ ਸੀ ਤੁਹਾਨੂੰ ਦੱਸ ਦਿੰਦੇ। ਹੁਕਮਨਾਮਾ ਹੋਇਆ ਸੀ ਜਦੋਂ ਇਹ ਗੱਲ ਬੜੀ ਰੌਲਾ ਪਿਆ ਸੀ ਇਸ ਗੱਲ ਦਾ ਕਿ ਜਿਹੜੇ ਸਿੱਖਾਂ ਦੀ ਕੁੜੀਆਂ ਉੱਥੇ ਮੁੰਡਿਆਂ ਦੂਜਿਆਂ ਨਾਲ ਜਿਹੜੇ ਵਾ ਈਸਾਈ ਮੁੰਡੇ ਜਾਂ ਗੋਰੇ ਮੁੰਡੇ ਨਾਲ ਸ਼ਾਦੀਆਂ ਕਰਾ ਰਹੀ, ਤੇ ਕਹਿੰਦੇ ਸਾਡੇ ਆਨੰਦ ਕਾਰਜ ਕਰੋ, ਅਸੀਂ ਕਿਵੇਂ ਕਰੀਏ? ਅਕਾਲ ਤਖਤ ਨੇ ਇੰਨੀ ਗੱਲ ਕਹੀ ਸੀ, ਪਹਿਲਾ ਮੁੰਡਾ ਆਪਣਾ ਨਾਂ ਬਦਲ ਕੇ ਆਵੇ, ਸਿੱਖਾਂ ਵਾਲਾ ਰੱਖੇ, ਤੇ ਫਿਰ ਸ਼ਾਦੀ ਹੋ, ਫਿਰ ਫਿਰੇ ਹੋਣ। ਮੈਂ ਉਹਨਾਂ ਦਿਨਾਂ 'ਚ ਗਿਆ ਸੀਗਾ ਭੋਪਾਲ, ਤੇ ਭੋਪਾਲ ਮੈਂ ਸਾਰੇ ਅਸੀਂ ਗੁਰਦੁਆਰੇ ਦੇ ਉੱਥੇ ਪ੍ਰਧਾਨ ਦਲੀਪ ਸਿੰਘ ਜੀ ਪੰਗਾ ਪੈ ਗਿਆ ਉੱਥੇ ਵੀ ਹਿੰਦੂ ਪਰਿਵਾਰ ਆ ਗਿਆ, ਤੂੰ ਕਹਿੰਦੇ ਨਹੀਂ ਜੀ ਪਹਿਲਾਂ ਨਾਂ ਬਦਲ ਕੇ ਆਓ। ਮੁੰਡੇ ਆ ਗਏ, ਬਿਲਕੁਲ ਜੀ, ਤੁਹਾਡੀ ਗੁਰੂ ਦੀ ਸ਼ਾਦੀ ਹੋ ਨਹੀਂ ਸਕਦੀ ਹੈ, ਅਕਾਲ ਤਖਤ ਤੋਂ ਖਤਮ ਹੋਇਆ। ਉਹਨਾਂ ਨੂੰ ਚਾਵਲਾ ਸਾਹਿਬ 20-25 ਮੁੰਡੇ ਬੜੀ ਮੁਸ਼ਕਿਲ ਨਾਲ ਸਮਝਾਇਆ ਕਿ ਸਾਡੇ 'ਚ ਸਿੰਧੀ ਭਾਈਚਾਰਾ ਹੈਗਾ, ਉਹ ਸ਼ਾਦੀਆਂ ਕਰਦਾ ਵਾ, ਇਹ ਹੁਕਮਨਾਮਾ ਸਿਰਫ ਵਿਦੇਸ਼ਾਂ ਵਾਸਤੇ ਕੀਤਾ ਗਿਆ ਸੀ। ਅਕਾਲ ਤਖਤ ਦੀ ਸਿਆਸਤ ਚੱਲਦੀ ਹੈ ਨਾ, ਉਹ ਸਿਆਸੀ ਹੁਕਮਨਾਮਾ ਸੀਗਾ। ਵਿਦੇਸ਼ਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਕਰਦਾ, ਤੁਹਾਨੂੰ ਕਿ ਪਹਿਲਾਂ ਆਪਣਾ ਨਾਮ ਚੇਂਜ ਕਰ। ਹੁਣ ਅੱਗੇ ਚੱਲਦੇ ਆਪਾਂ, ਜਿਹੜੀ ਫਿਰ ਉੱਥੇ ਆਉਂਦੇ ਆਪਾਂ ਜੰਮੂ ਕਸ਼ਮੀਰ 'ਚ। ਜੰਮੂ ਕਸ਼ਮੀਰ 'ਚ ਆਪਾਂ ਇੰਨੀ ਗੱਲ ਕਹਿਤੀ, 25 ਤੋਂ 30 ਕੁੜੀਆਂ ਪਹਿਲਾਂ ਸ਼ਾਦੀਆਂ ਕਰ ਚੁੱਕੀਆਂ। ਮਾਂ ਪਿਓ ਨੇ ਕਿਉਂ ਨਹੀਂ ਉਹਦੀ ਪੈਰਵੀ ਉਦੋਂ ਕੀਤੀ? ਪੈਰਵੀ ਇਸੇ ਕਰਕੇ ਨਹੀਂ ਕੀਤੀ ਵੀ ਕੁੜੀ ਨੇ ਆਪਣੀ ਮਰਜ਼ੀ ਨਾਲ ਸ਼ਾਦੀ ਕੀਤੀ, ਸਾਡੇ ਆਖੇ ਨੇ ਨਹੀਂ ਲੱਗੇ। ਹੁਣ ਰੌਲਾ ਕਿਉਂ ਪਿਆ? ਸਵਾਲ ਇਹ ਪੈਦਾ, ਰੌਲਾ ਕਿਉਂ ਪਿਆ? ਰੌਲਾ ਇਸ ਕਰਕੇ ਪਿਆ ਵੀ ਇਹ ਕੁੜੀ ਜਿਹੜੀ ਵਿਕਲਾਂਗ ਸੀ, ਹੈਂਡੀਕੈਪ ਸੀ, ਇਹਦਾ ਕੁਝ ਦਿਨ ਪਹਿਲਾਂ ਜਿਹੜਾ ਸੀ ਦਿਮਾਗ ਦਾ ਆਪਰੇਸ਼ਨ ਹੋਇਆ ਸੀ, ਮੈਂਟਲੀ ਥੋੜ੍ਹੀ ਜਿਹੀ ਅਪਸੈਟ ਸੀ। ਉਹ ਘਰ ਜਿਹੜਾ ਮੁਸਲਮਾਨ ਸੀ, ਇਹਨਾਂ ਦੇ ਵਿੱਚ ਰੇਤ ਬੱਡੀ ਦਾ ਕੋਈ ਕੰਮ ਕਰਦਾ ਸੀ, ਲਿਆ ਕੇ ਘਰ ਦਾ ਕੰਮ ਕੀਤਾ। ਉਹਨੇ ਉੱਥੇ ਵਰਗਲਾਇਆ ਤੇ ਇਹਨੂੰ ਨਾਲ ਲੈ ਗਿਆ, ਤੇ ਜਾ ਕੇ ਉਹਨੇ ਇਹਨੂੰ ਨਕਾਹ ਪੜ੍ਹਾਇਆ ਦਾ ਪਹਿਲਾਂ ਤੰਤਰ ਜੀ ਕੀਤਾ। ਉਹਨੂੰ ਵਿਚਾਰੀ ਬਹੁਤ ਸਦਬੁੱਧ ਨਹੀਂ ਹੈਗੀ ਉਹਦੀ ਕੁੜੀ, ਜਿੱਥੋਂ ਪੰਗਾ ਪਿਆ। ਇਹ ਕੁੜੀ ਤੇ ਬਿਮਾਰ ਆ,
ਤੇ ਤੁਸੀਂ ਉਹਨੂੰ ਵਰਗਲਾ ਕੇ ਲੈ ਗਏ ਉੱਥੋਂ। ਤੁਸੀਂ ਜੀ ਪੰਗਾ ਸਿਰਫ ਇੱਥੋਂ ਪਿਆ ਵਾ, ਹੋਰ ਗੱਲ ਕੋਈ ਨਹੀਂ ਹੈਗੀ। ਜੇ ਕੁੜੀ ਉਹ ਨੋਰਮਲ ਹੁੰਦੀ ਚਲੀ ਜਾਂਦੀ ਤੇ ਕਿਸੇ ਕਾਨੂੰਨੀ ਸੀ ਹੋਣਾ। ਜੀ 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 ਇੱਥੋਂ ਹੁਣ ਰੌਲਾ ਪਿਆ। ਰੌਲਾ ਪੈਣ ਤੋਂ ਬਾਅਦ ਸਰਸਰ ਸਾਹਿਬ ਵੀ ਚਲੇ ਗਏ, ਸਰਨਾ ਸਾਹਿਬ ਵੀ ਚਲੇ, ਗਵਰਨਰ ਨੂੰ ਮਿਲੇ, ਫਲਾਣੇ ਨੂੰ ਮਿਲੇ। ਅਮਿਤ ਸ਼ਾਹ ਦਾ ਬਿਆਨ ਆ ਗਿਆ ਤੁਹਾਡੀਆਂ ਦੋਵੇਂ ਕੁੜੀਆਂ ਵਾਪਸ ਚਲੀ ਜਾਣਗੀਆਂ। ਪਹਿਲੀ ਕੁੜੀ ਨੇ ਸ਼ਾਦੀ ਕੀਤੀ ਹੈ ਲਵ ਮੈਰਿਜ, ਉਹ ਅਜੇ ਤੱਕ ਲੱਭੀ ਨਹੀਂ ਕਿੱਥੇ ਨਹੀਂ ਹੈਗੀ, ਉਹ ਕਿੱਥੋਂ ਵਾਪਸ ਆ ਜੂਗੀ। ਇਹ ਕੁੜੀ ਸਿਰਫ ਇੱਕ ਗੁੰਮਰਾਹ ਕਰਕੇ ਇਹਨੂੰ ਲੈ ਕੇ ਗਏ ਸੀ। ਇਹ ਬਿਮਾਰ ਵੀ ਸੀਗੀ, ਵਿਕਲਾਂਗ ਵੀ ਸੀਗੀ। ਉਹ 60 ਸਾਲ ਦਾ ਬੰਦਾ, ਇਹ 20 ਸਾਲ ਦੀ ਕੁੜੀ। ਇੱਥੋਂ ਪੰਗਾ ਪਿਆ ਜਿਹਦੇ ਕਰਕੇ ਹੁਣ ਜਿਹੜਾ ਪਿਛਲਾ ਸਾਰਾ ਜਿਹੜਾ ਵਾ ਉਹ ਤਾਣਾ ਬਾਣਾ ਢੇੜਿਆ ਜਾ ਰਿਹਾ ਹੈ। ਪਹਿਲਾਂ ਕੀ ਹੋਇਆ ਜੀ, ਵਿਕਲਾਂਗ ਹੈ ਹੁਣ, ਵਿਕਲਾਂਗ ਹੋ ਸਕਦੀ ਹੈ। ਮਾਂ-ਬਾਪ ਦਾ ਬਿਆਨ ਆਊਗਾ, ਮਾਂ-ਬਾਪ ਨੂੰ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਲੀਲ ਹੋਊਗਾ। ਜਦੋਂ ਮਾਂ-ਬਾਪ ਕਿਤੇ ਦੋ ਡੰਗ ਦੀ ਰੋਟੀ ਨਹੀਂ ਖਾ ਸਕਦਾ ਹੋਊਗਾ, ਹੋ ਸਕਦਾ ਕੋਈ। ਵੇਖੋ ਜੀ, ਅੱਜ ਦੇ ਦੌਰ ਦੇ ਵਿੱਚ ਅਸੀਂ ਜੋ ਮਰਜ਼ੀ ਕਹੀ ਚੱਲੀਏ, ਜਿਸ ਤਰੀਕੇ ਨਾਲ ਜਿਸ ਤਨ ਲੱਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ। ਮੈਂ ਉਹ ਟਾਕ ਸ਼ੋਅ ਦੀ ਗੱਲ ਕਰਾਂ ਨਾ, ਤੇ ਇੱਥੇ ਕੋਈ ਚੂੰ ਨਹੀਂ ਸੀ ਕਰ ਸਕਦਾ ਜਦੋਂ ਮੈਂ ਉਹ ਟਾਕ ਸ਼ੋਅ ਕੀਤਾ ਸੀ। ਤੇ ਕਿਉਂਕਿ ਧਰਮ ਦਾ ਮਾਮਲਾ ਹੁੰਦਾ ਤੇ ਬੜੀ ਸੋਚ ਸਮਝ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ। ਦੂਜੇ ਧਰਮ ਵਾਲੇ ਤੁਹਾਨੂੰ ਚੈਲੰਜ ਕਰ ਸਕਦੇ ਆ, ਤੇ ਅਸੀਂ ਅੰਡਰ CRT ਰੂਲ ਐਂਡ ਰੈਗੂਲੇਸ਼ਨ ਚੱਲਦੇ ਹਾਂ। ਇਹੋ ਜਿਹੀਆਂ ਕਿਸੇ, ਮੈਂ ਕਹਿੰਦਾ ਕਿ ਪੱਟੀ ਸਾਹਿਬ, ਮੈਂ ਕਹਿੰਦਾ ਚੈਲੰਜ ਕਰਦਾ ਵਾ, ਜਿੰਨੀਆਂ ਗੁਰਦੁਆਰਾ ਕਮੇਟੀਆਂ ਨੇ, ਕਿਸੇ ਨੇ ਇੱਕ ਫੋਨ ਤੱਕ ਨਹੀਂ ਕੀਤਾ। ਜਿੰਨੀਆਂ ਸੰਸਥਾਵਾਂ ਨੇ, ਕਿਸੇ ਨੇ ਇੱਕ ਫੋਨ ਤੱਕ ਨਹੀਂ ਕੀਤਾ। ਮੈਨੂੰ ਧਮਕੀਆਂ ਆਈਆਂ, ਥ੍ਰੈਟਿੰਗ ਆਈਆਂ ਵੀ ਤੈਨੂੰ ਦੇਖਾਂਗੇ, ਤੂੰ ਆਹ ਕਰਦਾ, ਉਹ ਕਰਦਾ, ਇੱਦਾਂ ਕਰਦਾ। ਬੜੇ ਲੋਕਾਂ ਦੇ ਫੋਨ ਆਏ ਵੀ ਸਾਡਾ ਜਾ ਘਰ ਬਰਬਾਦ ਹੋ ਗਿਆ, ਗੋਰਿਆਂ ਨਾਲ, ਦੂਜਿਆਂ ਨਾਲ, ਤੀਜਿਆਂ ਨਾਲ। ਲੜਕੀ ਆ, ਪ੍ਰੇਮ ਜਿਹੜਾ ਨਾ ਕਿਸੇ ਨਾਲ ਵੀ ਹੋ ਜਾਂਦਾ, ਅਟਰੈਕਸ਼ਨ ਹੁੰਦੀ ਹੈ ਬਚਪਨ ਦੇ ਵਿੱਚ। ਬੱਚੇ ਇੱਥੇ ਜਿਹੜੇ ਸਕੂਲਾਂ ਦੇ ਵਿੱਚ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਨੇ, ਔਰ ਗੁਰਦੁਆਰਿਆਂ ਦੇ ਵਿੱਚ ਕਾਲਿਆਂ ਨਾਲ ਵਿਆਹ ਵੀ ਹੋਏ ਆ, ਚਾਈਨੀਜ਼ ਨਾਲ ਵਿਆਹ ਵੀ ਹੋਈ ਹੈ, ਤੇ ਸਾਰੇ ਮੁੰਡੇ ਕੁੜੀਆਂ ਦੇ ਇਕੱਠੇ। ਅੰਤਰਰਾਸ਼ਟਰੀ ਪੱਧਰ 'ਤੇ ਉੱਠਣ ਦੀ ਵੀ ਲੋੜ ਆ, ਦੇਖਣ ਦੀ ਵੀ ਲੋੜ ਆ। ਪਰ ਜਿਹਾ ਮਾਮਲਾ ਵੀ ਉਹਨੂੰ ਵਿਕਲਾਂਗ ਹੈ, ਗੁੰਮਰਾਹ ਕਰਕੇ ਲੈ ਕੇ ਗਏ, ਦਿਸ ਐਂਡ ਦੈਟ ਹੈ, ਦੈਟਸ ਅ ਟੋਟਲ ਡਿਫਰੈਂਟ ਸਟੋਰੀ। ਪਰ ਨਾਲ ਦੀ ਨਾਲ ਉਹ ਚੀਜ਼ ਨੂੰ ਵੀ ਲੈ ਕੇ ਚੱਲਣਾ ਆ ਵੀ ਨਨਕਾਣਾ ਸਾਹਿਬ ਵਾਲੀ ਗ੍ਰੰਥੀ ਦੀ ਕੁੜੀ ਨੇ ਕੀ ਕਹਿ ਦਿੱਤਾ ਸੀਗਾ, ਹੈ ਨਾ। ਮੈਨੂੰ ਲੱਗਦਾ ਕਿ ਮਾਮਲਾ ਭਖਣ ਵਾਲਾ। ਹੁਣ ਅਗਲੀ ਕਾਲ ਲੈ ਲੈਣੇ ਜੀ। ਹੈਲੋ, ਨਨਕਾਣਾ ਸਾਹਿਬ ਵਾਲੀ ਗ੍ਰੰਥੀ ਦੀ ਕੁੜੀ ਨੇ ਕੀ ਕਹਿ ਦਿੱਤਾ ਸੀਗਾ, ਹੈ ਨਾ। ਮੈਨੂੰ ਲੱਗਦਾ ਕਿ ਮਾਮਲਾ ਭਖਣ ਵਾਲਾ। ਹੁਣ ਅਗਲੀ ਕਾਲ ਲੈ ਲੈਣੇ ਜੀ। ਹੈਲੋ, ਹਾਂਜੀ, ਚਾਵਲਾ ਸਾਹਿਬ ਤੇ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਫਤਿਹ ਜੀ। ਖਾਲਸਾ ਜੀ, ਇੱਕ ਮਿੰਟ ਹੋਲਡ ਰੱਖਿਓ। ਪੰਜਾਬੀ 4 ਮੁੰਡਿਆਂ ਨੂੰ ਜਾਣਨਾ ਜਿਨ੍ਹਾਂ ਨੇ ਮੁਸਲਮਾਨ ਕੁੜੀਆਂ ਨਾਲ ਵਿਆਹ ਕਰਾਇਆ। ਬਸ ਕੀ ਨਾਮ ਤੁਹਾਡਾ ਵੀਰ ਜੀ? ਅਮਰਜੀਤ। ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੋ ਕਹਿਣਾ ਸੀ, ਮੈਂ ਵੀ 4 ਪੰਜਾਬੀ ਮੁੰਡੇ ਆਪਣੇ ਸਰਦਾਰ ਮੁੰਡੇ, ਉਹਨਾਂ ਨੇ ਮੁਸਲਮਾਨ ਕੁੜੀਆਂ ਨਾਲ ਵਿਆਹ ਕਰਾਇਆ, ਬੜਾ ਸੋਹਣਾ ਰਹੀ ਜਾਂਦੇ ਹੋ। ਹੋ ਸਕਦਾ, ਮਤਲਬ ਵੇਖੋ, ਜਦੋਂ ਪਿਆਰ ਕਰ ਲਿਆ ਰਹੀ ਰਹਿੰਦੇ ਨੇ। ਪਰ ਕੀ ਲਾਵਾਂ ਫੇਰੇ ਹੋਏ ਨੇ ਜਾਂ ਕਿੱਦਾਂ ਹੋਇਆ ਵਾ, ਉਹਨਾਂ ਦੇ ਧਰਮ ਦੇ ਮੁਤਾਬਕ ਹੋਇਆ, ਕਿੱਦਾਂ ਹੋਇਆ, ਇਹ ਦੱਸ ਡਿਫਰੈਂਟ ਸਟੋਰੀ, ਹੈ ਨਾ। ਨਹੀਂ, ਉਹ ਲਾਵਾਂ ਫੇਰੇ ਜਿਹੜੇ ਨਾ, ਉਹ ਮੈਨੂੰ ਇੰਨੀ ਡੀਪਲੀ ਨਹੀਂ ਪਤਾ, ਪਰ ਉਦਾਂ ਮੈਂ ਜਾਣਦਾ ਆ, ਪਰ ਉਹਨਾਂ ਨੂੰ ਚੰਗੀ ਤਰ੍ਹਾਂ, ਬੜੇ ਸੋਹਣੇ ਰਹਿ ਰਹੇ ਆ। ਮੈਂ ਜਾਣਦਾ ਵਾ ਇੱਥੇ ਪੰਜਾਬੀ ਕੁੜੀਆਂ ਦੇ ਨਾਲ ਜਿਹੜੇ ਨੇ ਦੂਜੇ ਧਰਮ ਦੇ ਮੁੰਡਿਆਂ ਨਾਲ ਵਿਆਹ ਹੋਏ, ਗੁਰਦੁਆਰਿਆਂ 'ਚ ਅਸੀਂ ਆਪ ਵੇਖੇ ਆ ਹੁੰਦੇ। ਹਾਂਜੀ, ਮਤਲਬ ਕੋਈ ਪ੍ਰੋਬਲਮ ਨਹੀਂ, ਉਹਨਾਂ ਨੂੰ ਬੜਾ ਸੋਹਣਾ ਪਰਿਵਾਰ ਆ, ਬੱਚੇ ਆ, ਬੜਾ ਸੋਹਣਾ ਰਹੀ ਜਾਂਦੇ। ਮਿਹਰਬਾਨੀ ਜੀ, ਥੈਂਕ ਯੂ। ਆ ਕੇ ਜਦੋਂ ਮੁੰਡਾ ਕੁੜੀ ਕਹਿ ਦਿੰਦੇ ਨਾ ਕਿ ਬਾਪੂ ਇੱਥੇ ਪੱਟੀ ਸਾਹਿਬ ਵੀ ਦਿਸ ਇਜ਼ ਮਾਈ ਫਰੈਂਡ, ਫਰੈਂਡ ਦਾ ਮਤਲਬ ਆ ਕੁੜੀ ਹੈ ਜਾਂ ਮੁੰਡਾ ਫਰੈਂਡ ਆ, ਠੀਕ ਹੈ। ਡੈਡ ਮੀਟ ਮਾਈ ਗਰਲ ਫਰੈਂਡ, ਉੱਥੋਂ ਕਹਾਣੀ ਖਤਮ। ਮੀਟ ਮਾਈ ਗਰਲ ਫਰੈਂਡ, ਮੀਟ ਮਾਈ ਬॉय ਫਰੈਂਡ, ਮਤਲਬ ਇਹ ਮੇਰਾ ਬॉय ਫਰੈਂਡ ਵਾ, ਚਾਹੇ ਮੁੰਡਾ ਵਾ ਤੇ ਚਾਹੇ ਕੁੜੀ ਆ। ਕੁੜੀ ਨੇ ਜੇ ਇੰਟਰੋਡਿਊਸ ਕਰਤਾ ਨਾ, ਬਾਪੂ ਆ ਮੇਰਾ ਫਰੈਂਡ ਆ, ਇਹਦਾ ਮਤਲਬ ਦੋਸਤ ਆ। ਤੇ ਜੇ ਉਹਨੇ ਇਹ ਨਾਂ ਲਾਤਾ ਕਿ ਬਾਪੂ ਮੀਟ ਮਾਈ ਬॉय ਫਰੈਂਡ ਉਹ ਗਰਲ ਫਰੈਂਡ, ਦੈਟ ਮੀਨ ਕਿ ਉਹਨਾਂ ਦਾ ਰਿਲੇਸ਼ਨ ਆ, ਦੇ ਆਰ ਇਨ ਰਿਲੇਸ਼ਨ। ਸੋ ਇੱਕ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਰਹਿਣ ਵਾਲਾ ਸਾਨੂੰ ਬੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹੋ ਜਿਹੇ ਮਾਮਲਿਆਂ ਨੂੰ ਲੈ ਕੇ ਮੈਂ ਵੀ ਬੜਾ ਵਨ ਤਰਫਾ ਹੋਇਆ ਜੀ। ਬਹੁਤ ਕੁਝ, ਬਹੁਤ ਮੁੰਡੇ ਦੇ ਕੇਸ ਕੱਟ ਦਿੱਤੇ ਗਏ ਜੀ, ਚੱਕ ਦਿਓ, ਧਰਮ ਖਤਰੇ 'ਚ ਆ। ਪਤਾ ਲੱਗਾ ਮੁੰਡੇ ਨੇ ਤੇ ਆਪ ਹੀ ਜਾ ਕੇ ਨਾਈ ਨੂੰ ਪੈਸੇ ਦਿੱਤੇ ਸੀ, ਮੇਰੇ ਕੱਟ ਦੇ, ਮੈਂ ਰੱਖਣਾ ਨਹੀਂ ਚਾਹੁੰਦਾ। ਹਾਂਜੀ, ਅਗਲੀ ਕਾਲ। ਹੈਲੋ, ਹਾਂਜੀ, ਪੱਟੀ ਸਾਹਿਬ, ਸਰ ਗੱਲ ਏਦਾਂ, ਜਿਹੜੀ ਉਹ ਵੀਡੀਓ ਜਿੱਥੋਂ ਇਹ ਗੱਲ ਸ਼ੁਰੂ ਹੋਈ ਆ ਨਾ, ਜਿਹੜੀ ਉਹ ਵੀਡੀਓ ਕਸ਼ਮੀਰ ਦੇ ਸਿੱਖਾਂ ਨੇ ਜਿਹੜੀ ਪਾਈ ਆ, ਉਹਦੇ ਵਿਜੇ ਤੁਸੀਂ ਧਿਆਨ ਨਾਲ ਦੇਖੋ। ਮੈਂ ਚਾਵਲਾ ਜੀ ਨਾਲ ਪਹਿਲਾਂ ਵੀ ਇਹ ਜ਼ਿਕਰ ਕੀਤਾ ਸੀ। ਜੋ ਬਾਕੀ ਜੋ ਤੁਸੀਂ ਕਹਾਣੀ ਦੱਸੀ ਆ ਜੀ, ਕੁੜੀ ਨੂੰ ਬਰਗਲਾ ਕੇ ਲੈ ਗਿਆ, ਨਿਕਾਹ ਪੜਾ ਲਿਆ, ਕੁੜੀ ਨੂੰ ਪਤਾ ਨਹੀਂ। ਉਸੇ ਗੱਲ ਤੋਂ ਉੱਥੋਂ ਆਪਾਂ ਜੇ ਅੱਗੇ ਤੋਰੀਏ ਵੀ
ਦੇ ਵਿੱਚ ਜਿਹੜਾ ਸ਼ਰੀਆ ਕਾਨੂੰਨ ਆ, ਮੁਸਲਿਮ ਸ਼ਰੀਆ ਕਾਨੂੰਨ, ਉਹਨੂੰ ਪਤਾ ਨਹੀਂ ਮਾਨਤਾ ਮੇਰਾ ਖਿਆਲ ਨਹੀਂ ਦਿੱਤੀ ਜਾਂਦੀ। ਉਹਦੇ ਮੁਤਾਬਕ ਜਿਹੜਾ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਤੇ ਤਲਾਕ ਆ, ਉਹ ਜਿਹੜਾ ਇੰਡੀਅਨ ਪੀਨਲ ਐਕਟ ਦੂਜਾ ਹੈਗਾ ਉਹਦੇ ਅੰਡਰ ਹੀ ਹੁੰਦੀ ਹੈ। ਜਿੱਦਾਂ ਆਪਾਂ ਰਜਿਸਟ੍ਰੇਸ਼ਨ ਚਾਵਲਾ ਜੀ ਕਰਾਉਣੀ, ਤੁਹਾਨੂੰ ਪਤਾ ਹੀ ਹੈ। ਹਾਂਜੀ, ਹੁਣ ਉਹ ਜਿਹੜੀ ਵੀਡੀਓ ਉਹਦੇ ਵਿੱਚ ਤੁਸੀਂ ਧਿਆਨ ਨਾਲ ਸੁਣੋ। ਇੱਕ ਬੰਦੇ ਨੇ, ਸਰਦਾਰ ਨੇ ਕਲੀਅਰ ਕਿਹਾ ਕਿ ਅਸੀਂ ਕੋਰਟ ਦੇ ਸਾਹਮਣੇ ਖੜਿਆ ਕਿ ਕੋਰਟ ਨੇ ਬਿਨਾਂ ਲੜਕੀ ਦੀ ਇਜਾਜ਼ਤ ਤੋਂ ਲੜਕੀ ਨੂੰ ਹੁਕਮ ਦਿੱਤਾ ਕਿ ਉਹਨਾਂ ਉਹ ਭੇਜਣ ਦਾ। ਤੇ ਮੇਰਾ ਸਵਾਲ ਸਰ ਤੁਹਾਨੂੰ ਇਹ ਆ, ਡਿਫਰੈਂਟ ਹੋ ਗਿਆ ਵੀ ਉਹ ਚਾਹੇ ਉਹ ਸੈਸ਼ਨ ਕੋਰਟ ਸੀ, ਚਾਹੇ ਉਹ ਆਪਣਾ ਕੀ, ਉਹਦੇ ਤੇ ਸਪਸ਼ਟੀਕਰਨ ਦਿਓ ਵੀ ਕੋਰਟ ਨੇ ਕਿਸ ਅਧੀਨ ਇਹ ਕਹਿ ਦਿੱਤਾ ਬਿਨਾਂ ਲੜਕੀ ਦੀ ਮਨਜ਼ੂਰੀ ਤੋਂ ਵੀ ਜੀ ਤੇਰਾ ਤਾਂ ਨਿਕਾਹ ਹੋਇਆ, ਤੈਨੂੰ ਉੱਥੇ ਲੜਕੇ ਕੋਲ ਹੀ ਜਾਣਾ ਪੈਣਾ। ਜਿੱਥੋਂ ਕਿ ਮਾਮਲਾ ਐਕਚੁਅਲੀ ਭਖਿਆ ਵੀ ਘਰ ਵਾਲਿਆਂ ਨੇ ਕਿਹਾ ਵੀ ਸਾਡੀ ਜਲਦੀ ਨੂੰ ਕੋਰਟ ਨੇ ਜ਼ਬਰਦਸਤੀ ਉਹਨਾਂ ਦੇ ਕੋਲ ਭੇਜਿਆ। ਜੀ ਪਟਿ ਸਾਹਿਬ, ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਜੀ ਕੋਰਟ ਨੇ ਭੇਜਿਆ, ਇਸ ਮਾਮਲੇ ਜਿਹੜਾ ਕਿਸ਼ੀਨਗਰ ਦਾ ਮਾਮਲਾ ਵਾ, ਜਦੋਂ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਉਦੋਂ ਕਿਸੇ ਸਿੱਖ ਨੂੰ ਅੰਦਰ ਨਹੀਂ ਜਾਣ ਦਿੱਤਾ। ਕੋਵਿਡ ਕਰਕੇ ਤੁਸੀਂ ਅੰਦਰ ਨਹੀਂ ਜਾ ਸਕਦੇ। ਹੁਣ ਉਹ ਸਰਦਾਰ ਨੇ ਇੰਨੀ ਗੱਲ ਕਿਵੇਂ ਕਹੀ ਹੈ ਵੀ ਉਹਨੂੰ ਇਹ ਗੱਲ ਕੀ, ਜੱਜ ਨੇ ਫਲਾਣੀ ਗੱਲ ਝਿਗੜੀ ਗੱਲ ਕੀ, ਕਿਵੇਂ ਕੀ, ਮੇਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ। ਮੈਂ ਕੱਲ ਡਿਬੇਟ ਸਾਂ ਤੇ ਉੱਥੋਂ 2 ਬੰਦੇ ਸ਼੍ਰੀਨਗਰ ਦੇ ਤੋਂ, ਇੱਕ ਫੈਡਰੇਸ਼ਨ ਦਾ ਪ੍ਰਧਾਨ ਸੀ, ਇੱਕ ਉੱਥੋਂ ਦੇ ਸ਼ਾਇਦ ਗੁਰਦੁਆਰਾ ਦਾ ਪ੍ਰਧਾਨ ਸੀ। ਮੈਨੂੰ ਮੈਂ ਜਾਣਦਾ ਉਹਨਾਂ ਨੂੰ। ਜਿਹੜੀਆਂ ਗੱਲਾਂ ਉਹਨਾਂ ਕੱਲ ਕੀਤੀਆਂ ਮੈਂ ਤੁਹਾਡੇ ਨਾਲ ਉਹ ਸਾਂਝੀਆਂ ਕਰ ਰਿਹਾ ਵੀ ਉਹ ਇੱਥੋਂ ਉਹਨਾਂ ਇਹ ਗੱਲ ਕਹੀ ਹੈ ਵੀ ਇੰਨੀਆਂ ਕੁੜੀਆਂ ਗਈਆਂ ਤੇ ਆਹ ਕੁਛ ਹੋਇਆ, ਤੇ ਇਹਦੇ ਵਿੱਚ ਸਿਰਫ ਰੌਲਾ ਇਸੇ ਕਰਕੇ ਪਿਆ ਕਿ ਕੁੜੀ ਜਿਹੜੀ ਸੀ ਉਹ ਥੋੜੀ ਜਿਹੀ ਪੂਰੀ ਮੰਦਬੁੱਧੀ ਸੀ। ਜੇ ਮੰਦਬੁੱਧੀ ਨਾ ਹੁੰਦੀ ਸ਼ਾਇਦ ਵੀ ਰੌਲਾ ਨਾ ਪੈਂਦਾ। ਹੁਣ ਕੋਰਟ ਨੇ ਉਹਨੂੰ ਕੀ ਕਿਹਾ ਇਹ ਨਹੀਂ ਪਤਾ, ਹੋ ਸਕਦਾ ਕਿਆ ਜਿਹੜੀ ਗੱਲ ਤੁਸੀਂ ਕਹਿੰਦੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਫਿਰ ਉਹਨੇ ਕੋਰਟ ਨੇ ਜੇ ਕਹਿ ਦਿੱਤਾ ਇੰਨੀ ਗੱਲ ਕੋਈ ਜਾਣਾ ਪੈਣਾ ਉੱਥੇ, ਲੇਕਿਨ ਫਿਰ ਉਹਨੇ ਮਾਦਰ ਕੁੜੀ ਕਿਉਂ ਵਾਅਦੇ ਕੀਤੀ ਉਹਨਾਂ ਕਿ ਲੈ ਜਾਓ ਤੁਸੀਂ। ਸਵਾਲ ਇਹ ਨਹੀਂ ਪੈਦਾ ਜੀ, ਸਵਾਲ ਇਹ ਪੈਦਾ ਵੀ ਇਹਨਾਂ ਘਟਨਾਵਾਂ ਨੂੰ ਰੋਕਿਆ ਕਿਵੇਂ ਜਾ ਸਕਦਾ। ਜਿਹੜੀਆਂ ਮੈਂ ਲਵ ਦੀ ਗੱਲ ਕਰਦਾ, ਜਿਹੜੀਆਂ ਤੁਹਾਡੀਆਂ ਜਿਆਸਤੀ ਉਹਦੇ ਰੋਕਿਆ ਕਿਵੇਂ ਜਾ ਸਕਦਾ। ਤੁਸੀਂ ਚਾਵਲਾ ਸਾਹਿਬ ਪੰਜਾਬੀ ਦੀ ਗੱਲ ਕੀਤੀ, ਅੱਜ ਉਹ ਲੋਕ ਕਹਿੰਦੇ ਵੀ ਪੰਜਾਬੀ ਦਾ ਸਬਜੈਕਟ ਇੱਥੋਂ ਖਤਮ ਕਰਨ, ਅੱਗੇ ਸਾਨੂੰ ਪੰਜਾਬੀ ਦੀ ਕੋਈ ਟੀਚਰ ਦੀ ਨੌਕਰੀ ਮਿਲ ਜਾਂਦੀ ਸੀ, ਉਹ ਪੜ੍ਹਾ ਦਿੰਦੇ ਸੀ, ਕੋਈ ਪ੍ਰੋਫੈਸਰ ਦੀ ਨੌਕਰੀ ਪੜ੍ਹਾ ਦਿੰਦੇ ਸੀ। ਸਾਡੀ ਉਹ ਨੌਕਰੀਆਂ ਨਹੀਂ ਹੈ ਇੱਥੋਂ। ਨਹੀਂ ਉਦੋਂ ਕਿਉਂ ਨਹੀਂ ਬੋਲੇ? ਇਹ ਉਦੋਂ ਵੀ ਤਾਂ ਬੋਲਣਾ ਚਾਹੀਦਾ ਸੀ। ਬੋਲੇ ਉਹ ਨਾ ਮਤਲਬ ਬਹੁਤ ਰੌਲਾ ਪਾਇਆ, ਅਖਬਾਰਾਂ 'ਚ ਬੜਾ ਛਪਿਆ, ਉਹਨਾਂ ਬਹੁਤ ਰੌਲਾ ਪਾਇਆ ਸੀ, ਸੰਘਰਸ਼ ਕਰਾਂਗੇ। ਲੇਕਿਨ ਸਾਡੀ ਕਮਜ਼ੋਰੀ ਅਸੀਂ ਵੀ ਅਸੀਂ ਇੱਥੋਂ ਨਹੀਂ ਬੋਲਦੇ ਜਿੱਥੇ ਡਿਊਟੀ ਬਣਦੀ। ਬਸ ਆਹੀ ਮੈਂ ਕਹਿੰਦਾ, ਜਿਹੜੇ ਹੁਣ ਗਏ ਭੱਜ ਕੇ ਉੱਥੇ, ਚਾਹੇ ਚਾਵਲਾ ਸਾਹਿਬ 2012 ਦੇ ਵਿੱਚ ਕਸ਼ਮੀਰ ਦੇ ਸਿੱਖਾਂ ਨੇ ਬਕਾਇਦਾ ਤੌਰ ਤੇ ਇੱਕ ਮੰਗ ਪੱਤਰ ਸ਼੍ਰੋਮਣੀ ਕਮੇਟੀ ਦਿੱਤਾ ਵੀ ਸਾਡੇ ਹਾਲਾਤ ਠੀਕ ਨਹੀਂ, ਪੰਜਾਬ ਸਾਡਾ ਪੇਕਾ ਵਾ, ਤੁਸੀਂ ਸੁਪਰੀਮ ਜਥੇਬੰਦੀ, ਤੁਸੀਂ ਸੁਪਰੀਮ ਸੰਸਥਾ ਸਾਡਾ ਕੁਝ ਸੋਚੋ। 2012 ਤੋਂ ਲੈ ਕੇ 2021 ਹੋ ਗਿਆ, 9 ਸਾਲ ਹੋ ਗਏ। ਮੰਗ ਪੱਤਰ ਕਿੱਥੇ, ਕੀ ਕੀਤਾ ਅਸੀਂ ਪਿਛਲੇ ਉਹਦੇ ਤੋਂ? ਦੇਖੋ ਹੁਣ, ਵੇਖੋ ਜਿਸ ਉਲਟਾ ਗੇੜ ਵੇਖੋ, ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਪੰਡਿਤ ਕਿਰਪਾ ਰਾਮ ਆਪਣੇ ਸਾਥੀਆਂ ਦੇ ਨਾਂ ਕੇ ਸਿਰ ਝੁਕਾਉਂਦਾ ਕਿ ਸਾਡਾ ਧਰਮ ਖਤਰੇ ਦੇ ਵਿੱਚ ਆ, ਸਾਡੀ ਜਾਨ ਖਤਰੇ ਦੇ ਵਿੱਚ ਆ, ਸਾਡਾ ਆਣ ਮਾਣ ਖਤਰੇ ਦੇ ਵਿੱਚ ਆ, ਤੇ ਸਿੱਖਾਂ ਦੇ 9ਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾ ਕੇ ਬਲੀਦਾਨ ਦਿੰਦੇ ਨੇ ਹਿੰਦੁਸਤਾਨੀਆਂ ਵਾਸਤੇ। ਅੱਜ ਹਿੰਦੁਸਤਾਨ ਦੇ ਵਿੱਚ ਸਰਕਾਰ ਕਿਹਨਾਂ ਦੀ ਆ? ਮੁਸਲਮਾਨਾਂ ਦੀ ਤਾਂ ਨਹੀਂ ਗੀ। ਬਿਲਕੁਲ ਉੱਥੇ ਕਿਸੇ ਹੋਰ ਦੀ ਤੇ ਨਹੀਂ। ਉੱਥੇ ਜੇ ਕਸ਼ਮੀਰੀ ਪੰਡਿਤ ਜੇ ਆਉਂਦੇ ਅਨੰਦਪੁਰ ਸਾਹਿਬ, ਤੇ ਅੱਜ ਸਿੱਖ ਉੱਥੋਂ ਇਹ ਸਿੱਖਾਂ ਦੀ ਉਸ ਸੰਸਥਾ ਨੂੰ ਇੱਕ ਚਿੱਠੀ ਲਿਖ ਰਹੇ ਨੇ ਕਿ ਸਾਡਾ ਖਤਰੇ ਦੇ ਵਿੱਚ ਆਉਣ ਵਾਲਾ ਸਮਾਂ, ਤੇ ਇਹ ਸਾਡੇ ਧਰਮ ਦੇ ਤੁਸੀਂ ਕਿਹਨਾਂ ਨੂੰ ਧੂਤੇ ਨਾ ਕਿਹਾ ਕਰੋ, ਕੜਾਹ ਖਾਣਿਆਂ ਨੂੰ ਕਹੀਏ, ਕਿਤੇ ਹੋਰ ਕੀ ਕਹੀਏ, ਲਿਖਾਓ ਮੇਰੇ ਕੋਲ ਕੀ ਕਹੀਏ ਇਹਨਾਂ ਨੂੰ, ਜਿਨ੍ਹਾਂ ਨੇ ਆਉਣ ਵਾਲੀ ਜੇ ਜਨਰੇਸ਼ਨ ਨਹੀਂ ਸੁਧਾਰਨੀ ਤੇ ਸਿਰਫ ਗੋਲਕਾਂ ਦੇ ਕਬਜ਼ੇ ਕਰਨੇ ਆ, ਤੇ ਮਤਲਬ ਉੱਤੋਂ ਦੀ ਜੋ ਮਰਜ਼ੀ ਕਹੀ ਚੱਲੀ ਹੈ। ਹੁਣ ਮੇਰੇ ਮੂੰਹ 'ਚ ਹੋਰ ਕੁਝ ਨਿਕਲਣਾ ਨਾ ਨਿਕਲੇ। ਜੇ ਅੱਜ ਵੀ ਇਸ ਤਰੀਕੇ ਦੇ ਨਾਲ ਜਿਵੇਂ ਇਹ ਗਏ ਨੇ, ਉਦੋਂ ਪੰਜਾਬੀ ਮਾਂ ਬੋਲੀ ਤੁਹਾਡੀ ਖਤਮ ਕਰ, ਤੁਹਾਡੇ ਧਰਮ ਤੋਂ ਖਤਮ ਕਰ ਦਿੱਤਾ ਗਿਆ, ਤੁਹਾਡੀ ਮਾਂ ਨੂੰ ਗਾਲ ਕੱਢ ਦਿੱਤੀ ਗਈ। ਚਲੋ ਆ ਵਿਕਲਾਂਗ ਕੁੜੀ ਆ, ਮੈਂ ਕਹਿੰਦਾ ਕਿ ਮਾੜੀ ਗੱਲ ਹੋਈ ਆ, ਜੋ ਕੁਝ ਵੀ ਹੋਇਆ ਸਾਰਾ ਕੁਝ ਇਹਦਾ ਵੀ ਕਲਾਸਾ ਬਾਹਰ ਆ ਜਾਊਗਾ, ਪਰ ਲੱਗਦਾ ਨਹੀਂ ਜਿਸ ਤਰੀਕੇ ਦੇ ਨਾਲ ਚੌਧਰੀ ਗਏ ਹੋਏ ਨੇ ਕਿ ਉੱਥੋਂ ਲੈ ਕੇ ਵੀ ਆਉਣਗੇ। ਇਹ ਸਿਰਫ ਤੇ ਸਿਰਫ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਗਏ ਨੇ, ਤੇ ਰਾਜਨੀਤੀ
ਇਹਨਾਂ ਦੀ ਇਹੋ ਜਿਹੀ ਕਿਸੇ ਦਿਨ ਚਮਕਣੀ ਕਿ ਇਹਨਾਂ ਨੂੰ ਰੱਬ ਹੀ ਦੱਸੂਗਾ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਜੋਗੇ ਨਹੀਂ ਛੱਡਿਆ ਤੇ ਤੁਸੀਂ ਆਪਣੇ ਆਪ ਨੂੰ ਕੀ ਜ਼ਿੰਦਗੀ ਦਾ ਮਾਰਗ ਬਣਾਓਗੇ ਵੀ? ਉਦੋਂ ਤੇ ਇਹ ਬੋਲੇ ਨਹੀਂ, ਉਦੋਂ ਤੇ ਕੁਸਕੇ ਨਹੀਂ, ਉਦੋਂ ਇਹਨਾਂ ਦੀਆਂ ਘੂਰੀਆਂ ਤੇ ਇਹਨਾਂ ਦੇ ਜਿਹੜੇ ਕੱਚੇ ਪਣ ਜਿਹੜੇ ਨੇ ਹਮਾਮ ਦੇ ਵਿੱਚ ਸਾਰੇ ਨੰਗੇ ਉਹ ਸਾਹਮਣੇ ਦਿਖਾਈ ਦਿੰਦੇ ਕਿ ਵੀ ਅਗਲੇ ਕੋਲ ਫਾਈਲਾਂ ਹੈਗੀਆਂ ਸਾਡੀਆਂ, ਇਹ ਸਾਨੂੰ ਕਿਤੇ ਘੇਰਾ ਨਾ ਪੈ ਜੇ। ਅੱਜ ਉਸ ਵਿਕਲਾਂਗ ਕੁੜੀ ਦੇ ਉੱਤੇ ਮੈਂ ਕਹਿੰਦਾ ਮਾੜੀ ਗੱਲ, ਠੀਕ ਗੱਲ ਆ, ਜੋ ਕਰਨ ਗਏ ਚੰਗੀ ਗੱਲ ਆ, ਪਰ ਜੇ ਉੱਥੇ ਹਾਲਾਤ ਇਹੋ ਜਿਹੇ ਬਣੇ ਤੇ ਬਣੇ ਕਿਉਂ ਆ? ਅੱਜ ਕਿਹਦਾ ਰਾਜ ਆ ਉੱਥੇ? ਚਾਹੀਦਾ ਕੀ ਹੈ, ਜੋ ਮੇਰੀ ਅੰਡਰਸਟੈਂਡਿੰਗ ਚਾਹੀਦਾ ਕੀ ਹੈ ਜੀ? ਚਾਹੀਦਾ ਹੈ ਜੀ ਤੁਸੀਂ ਮੰਗ ਪੱਤਰ ਗਵਰਨਰ ਨੂੰ ਦੇ ਦਿੱਤਾ, ਠੀਕ ਹੈ, ਤੁਸੀਂ ਮਜ਼ਾ ਨਾ ਕਰਨਾ, ਠੀਕ ਹੈ, ਤੁਸੀਂ ਮਿਲੋ ਉੱਥੇ ਫਰੂਕ ਅਬਦੁੱਲੇ ਨੂੰ, ਹਾਂ, ਉਹਦੇ ਨਾਲ ਗੱਲ ਕਰੋ, ਉਹਨੂੰ ਵੀ ਆਪਣੇ ਮਲਾਣੇ ਇਕੱਠੇ ਕਰ ਸਾਰੇ ਇੱਥੇ, ਮਨਾਲਿਆਂ ਨੂੰ ਸਿੱਖਾਂ ਨੂੰ ਇਕੱਠੇ ਪਾਓ, ਮਨਾਲਿਆਂ ਕੋਲੋਂ ਇਹ ਗੱਲ ਖਵਾਓ ਵੀ ਇਹ ਗੱਲ ਜਿਹੜੀ ਹੋਈ ਮੰਦ ਭਾਗੀ ਹੋਈ ਹੈ, ਮਾੜੀ ਹੋਈ, ਵਿਖ ਚ ਨਹੀਂ ਹੋਏਗੀ। ਉਹ ਕਿਸੇ ਨਹੀਂ ਕਰਨਾ ਚਾਹੀਦਾ, ਉਹਨੂੰ ਦੋ ਸਜ਼ਾ ਜਿਹਨੇ ਕੀਤਾ, ਸਜ਼ਾ ਉਹ ਮੌਲਵੀ ਨੂੰ ਦੋ ਸਜ਼ਾ ਜਿਹਨੇ ਨਿਕਾਹ ਕਰਾਇਆ। ਬਿਲਕੁਲ ਬਿਲकुल ठीक नहीं है, पाकिस्तान से आप गिरफ्तार कर लिया, उससे अगले ने इधर आ जाए जो इस करके ये गल हो सकती, लेकिन एक किसी नहीं करनी। फिर रोटियां सेकनियां सियासी भी मैं ਤੁਹਾਨੂੰ ਕਿਹਾ ਜੀ ਇਹ ਸਿਰਫ ਤੇ ਸਿਰਫ ਰੋਟੀਆਂ ਸੇਕਣ ਗਏ ਨੇ। ਰੋਟੀ ਇਹਨਾਂ ਨੂੰ ਉਦੋਂ ਵੀ ਸੇਕਣੀ ਚਾਹੀਦੀ ਸੀ ਕਿ ਚਲੋ ਸਾਡੀ ਉਹ ਧੀ ਨਾ ਹੋਇਆ, ਮਾੜਾ ਹੋਇਆ, ਨਿੰਦਾ ਕਰਦੇ, ਤੁਹਾਡੀ ਮਾਂ ਨੂੰ ਗਾਲ ਕੱਢ ਦਿੱਤੀ, ਉਦੋਂ ਲੀਡਰੋ ਕਿੱਥੇ ਬੈਠੇ ਸੀ? ਤੁਹਾਡੀ ਪੰਜਾਬੀ ਮਾਤਰ ਭਾਸ਼ਾ ਖਤਮ ਕਰ ਦਿੱਤੀ, ਉਦੋਂ ਕਿਉਂ ਨਹੀਂ ਰਾਜਨਾਥ ਦਿਖਾਈ ਦਿੱਤਾ ਤੁਹਾਨੂੰ, ਜਾਂ ਉਦੋਂ ਕਿਉਂ ਨਹੀਂ ਅਮਿਤ ਸ਼ਾਹ ਦਿਖਾਈ ਦਿੱਤਾ, ਜਾਂ ਉਦੋਂ ਕਿਉਂ ਨਹੀਂ ਤੁਹਾਨੂੰ ਹੋਰ ਕੋਈ ਲੀਡਰ ਦਿਖਾਈ ਦਿੱਤਾ? ਉਦੋਂ ਤੁਹਾਡੀ ਕਿਉਂ ਨਹੀਂ ਉਹਨੇ ਮਾਂ ਦੀ ਪੁਕਾਰ ਸੁਣੀ ਕਿ ਤੁਹਾਡੀ ਮਾਂ ਨੂੰ ਅਸੀਂ ਗਾਲ ਹੀ ਕਿਸਮ ਦੀ ਕਹੀ ਆ ਨਾ? ਤੁਸੀਂ ਪੜ੍ਹ ਕੇ ਵੇਖਿਆ ਹੀ ਆ, ਸੁਣਿਆ ਹੀ ਆ, ਕਿਸੇ ਨੂੰ ਕਹਿੰਦੇ ਵੀ ਜੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਸਭ ਤੋਂ ਵੱਡੀ ਗਾਲ ਆ ਉਹਦੇ ਵਾਸਤੇ। ਬਿਲ ਸਭ ਤੋਂ ਵੱਡੀ ਗੱਲ ਹੈ, ਬਿਲਕੁਲ, ਜਦ ਤੇਰੀ ਮਾਂ ਬੋਲੀ ਭੁੱਲ ਜੇ, ਠੀਕ, ਬਿਲਕੁਲ। ਉਹਦਾ ਟਾਰਗੇਟ ਕੀ ਆ? ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਦੇ ਵਿੱਚ ਲਿਖੇ ਤੇ ਤੁਹਾਡੀ ਗੁਰਮੁਖੀ ਖਤਮ ਕਰ ਦਿੱਤੀ ਉੱਥੋਂ। ਭਲਿਓ ਦੂਰ ਦੀ ਪਛਾਣੋ, ਇਹ ਕਹਿਣਾ ਅਸੀਂ ਬੋਲਦੇ ਆ। ਅਗਲੀ ਖਾਲਸਾ ਜੀ ਨੂੰ ਲੈ ਲਈਏ। ਲੋ ਖਾਲਸਾ ਜੀ ਜੀ ਖਾਲਸਾ ਜੀ। ਹਾਂਜੀ, ਮੇਰੀ ਤਾਂ ਅਰਜ਼ ਇਹ ਹੈ ਕਿ ਜੇ ਤਾਂ ਹੈਗੀ ਰਜ਼ਾਮੰਦੀ, ਉਹਦੇ 'ਚ ਤਾਂ ਕਿਸੇ ਦਾ ਡਿੱਕਾ ਨਹੀਂ, ਲੇਕਿਨ ਜਿੱਥੇ ਤੱਕ ਜਬਰਨ ਕੋਈ ਗੱਲ ਹੈ, ਜਾਂ ਜਿਵੇਂ ਕੋਰਟ ਦਾ ਦੱਸਿਆ ਪੱਟੀ ਸਾਹਿਬ ਨੇ ਬਈ ਉਹ ਕੁੜੀ ਦੇ ਮਾਪਿਆਂ ਨੂੰ ਜਾਂ ਸਿੱਖ ਸੰਸਥਾਵਾਂ ਨੂੰ ਅੰਦਰ ਆਉਣ ਹੀ ਨਹੀਂ ਦਿੱਤਾ, ਤੇ ਦੂਜੇ ਜੱਜ ਨੇ ਆਪ ਹੀ ਆਰਡਰ ਸੁਣਾਤਾ। ਹੁਣ ਸਵਾਲ ਇਹ ਹੈ ਕਿ ਜਦੋਂ ਸਿੱਖ ਕੌਮ ਲੰਗਰ ਵਰਤਾਉਂਦੀ ਹੈ, ਉਹ ਸਾਰਿਆਂ ਨੂੰ ਹੀ ਇੱਕੋ ਜਿਹਾ ਵਰਤਾਉਂਦੀ ਹੈ, ਕੋਈ ਫਰਕ ਨਹੀਂ ਰੱਖਦੀ। ਤੇ ਇੱਥੇ ਫਰਜ਼ ਦੂਜਿਆਂ ਦਾ ਵੀ ਬਣਦਾ ਸੀ, ਚਾਹੇ ਸਮਾਜ ਦਲਿਤਾਂ ਦਾ ਹੋਵੇ, ਚਾਹੇ ਸਮਾਜ ਕੋਈ ਹਿੰਦੂਆਂ ਦਾ ਹੋਵੇ, ਚਾਹੇ ਸਮਾਜ ਕੋਈ ਮੁਸਲਮਾਨਾਂ ਦਾ ਹੋਵੇ। ਜੀ ਜੀ ਜੀ, ਜਿੱਥੇ ਬੇਇਨਸਾਫੀ ਹੈ ਉੱਥੇ ਨਾਲ ਖੜਨਾ ਜ਼ਰੂਰ ਬਣਦਾ ਹੈ। ਇਹ ਰਹੀ ਗੱਲ ਪੰਜਾਬੀ ਦੀ, ਜੀ ਜੀ, ਜਦੋਂ ਪੰਥਕ ਸਰਕਾਰ ਆਪਣੇ ਆਪ ਨੂੰ ਕਹਿਣ ਵਾਲੇ ਲੋਕ ਉਹ ਪੰਜਾਬੀ ਦੀ ਰਾਖੀ ਨਹੀਂ ਕਰ ਸਕੇ, ਸਕੂਲਾਂ ਦੇ ਵਿੱਚ ਬੱਚੇ ਜਿਹੜੇ ਪ੍ਰਾਈਵੇਟ ਸਕੂਲ, ਮੈਂ ਉਹਨਾਂ ਦੀ ਗੱਲ ਕਰਦਾ, ਜਿਹਨੂੰ ਹਿੰਦੂ ਸੰਸਥਾਵਾਂ ਚਲਾਉਂਦੀਆਂ ਸੀ ਜਾਂ ਜਿਹਨੂੰ ਇਹਨਾਂ ਦੇ ਅਕਾਲੀਆਂ ਦੇ ਰਾਜ ਦੇ ਵਿੱਚ ਵੀ ਤਾਂ ਸ੍ਰੀ ਤਰਨਤਾਰਨ ਸਾਹਿਬ ਦੀ ਮੋਟੀ ਖਬਰ ਆ ਪੱਟੀ ਸਾਹਿਬ, ਉੱਥੇ ਮੁਜ਼ਾਹਰਾ ਕਰਨਾ ਪਿਆ ਸੀ, ਬੱਚੇ ਨੂੰ ਕਿਵੇਂ ਖੜਾ ਕੀਤਾ ਗਿਆ ਸੀ, ਕਿਵੇਂ ਪੰਚਮਿੰਟ ਹੋਈ ਸੀ। ਤੱਕ ਪੰਥਕ ਸਰਕਾਰ ਦੇ ਵੇਲੇ ਵੀ ਪੰਜਾਬੀ ਬੋਲਣੀ, ਸਿੱਖਾਂ ਦੇ ਪੰਥਕ ਸਰਕਾਰ ਜਿਹੜੀ ਆ ਉਹਦੇ ਰਾਜ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਨੂੰ ਸਜ਼ਾ ਮਿਲਦੀ ਆ, ਅੱਜ ਵੀ ਮਿਲਦੀ ਆ। ਇਹੀ ਕਹਿਣ ਲੱਗਾ ਕਿ 50 ਰੁਪਏ ਉਹਨੂੰ ਜੁਰਮਾਨਾ ਹੁੰਦਾ ਬੱਚੇ ਨੂੰ, ਹਾਂ, ਪੰਜਾਬੀ ਬੋਲਣ ਤੇ। ਸਵਾਲ ਇਹ ਕਿ ਰਾਖੀ ਕਿਹਨੇ ਕਰਨੀ ਸੀ? ਜਿਹੜਾ ਰਖਵਾਲਾ ਸੀ ਪ੍ਰਕਾਸ਼ ਸਿੰਘ ਬਾਦਲ, ਉਹਨੇ ਆਪਣੀ ਡਿਊਟੀ ਨਹੀਂ ਕੀਤੀ। ਉਹ ਜਾਂ ਤਾਂ ਉਹ ਵੀ ਇਸ ਗੱਲ 'ਚ ਸ਼ਾਮਲ ਹੈ ਕਿ ਪੰਜਾਬੀ ਖਤਮ ਹੁੰਦੀ ਹੈ, ਹੋ ਜਾਣ ਦਿਓ। ਇਹਦੇ ਬਾਰੇ ਕੀ ਕਹਿਣਾ, ਇਹ ਦੱਸਿਓ। ਬਹੁਤ ਤੁਹਾਡਾ ਧੰਨਵਾਦ ਜੀ। ਜਿਹੜੀ ਤੁਸੀਂ ਪੰਜਾਬੀ ਦੀ ਗੱਲ ਕੀਤੀ ਆ ਜੀ, ਜੰਮੂ ਕਸ਼ਮੀਰ ਵਿੱਚ ਪੰਜਾਬੀ ਨਹੀਂ ਸੀ ਜਾ ਸਕਦੀ ਜੇ ਕਿਤੇ ਥੋੜੀ ਜਿਹੀ ਹਿੰਮਤ ਕਰਦੇ ਸੀ। ਨਾ ਅਕਾਲੀ ਦਲ ਬੋਲਿਆ, ਅਕਾਲੀ ਦਲ ਬੋਲਦਾ, ਸਰਕਾਰ ਅਕਾਲੀਆਂ ਦੀ ਸੀ, ਅਕਾਲੀ ਦਲ ਬੋਲਦਾ, ਤੇ ਉਸ ਟਾਈਮ ਦੇ ਉੱਤੇ ਕੇਂਦਰ ਵਿੱਚ ਮੰਤਰੀ ਸਨ ਬੀਬੀ ਹਰਸਿਮਰਤ ਬਾਦਲ। ਉਹ ਮੁੱਦਾ ਉੱਥੇ ਬੜੀ ਸ਼ਿੱਦਤ ਨਾਲ ਉਠਾ ਸਕਦੇ ਸੀ ਪ੍ਰਧਾਨ ਮੰਤਰੀ ਕੋਲੇ ਜਾਂ ਗ੍ਰਹਿ ਮੰਤਰੀ ਕੋਲੇ ਵੀ ਗਲਤ ਹੋ ਰਿਹਾ ਜੀ, ਇਹਨੂੰ ਤੁਸੀਂ ਕਿਵੇਂ ਕਰ ਰਹੇ ਸੀ। ਉਹ ਗੱਲ ਬਾਣੀ ਵੀ ਜਾਣੀ ਸੀ।
ਉਹ ਜਿੰਨੀ ਕੁ ਜੋਗੇ ਹੈਗੇ ਜੀ, ਥੋੜੇ ਸਿੱਖ ਜੰਮੂ ਦੇ ਉਹਨਾਂ ਰੌਲਾ ਪਾਇਆ, ਉਹਨਾਂ ਦੀ ਸੁਣਵਾਈ ਨਹੀਂ ਹੋਈ, ਚੁੱਪ ਕਰਕੇ ਬਹਿ ਗਏ। ਕਿਸੇ ਨਹੀਂ ਸਾਥ ਦਿੱਤਾ ਉਹਨਾਂ ਦਾ। ਉਸ ਪੰਜਾਬੀ ਦੀਆਂ ਸੰਸਥਾਵਾਂ ਨੇ ਜ਼ਰੂਰ ਜਿਹੜਾ ਵਾ ਉਹ ਇੱਥੋਂ ਉਹਨਾਂ ਦੇ ਹੱਕ 'ਚ ਬਿਆਨ ਬੁਨ ਦਿੱਤੇ, ਲੇਕਿਨ ਕਿਸੇ ਨੇ ਜਾ ਕੇ ਉੱਥੇ ਸਾਡਾ ਨਾਰਾ ਨਹੀਂ ਮਾਰਿਆ। ਜਿੰਨਾ ਚਿਰ ਪੋਲੀਟੀਕਲ ਪਾਰਟੀ ਕੋਈ ਨਹੀਂ ਖਲੋਂਦੀ, ਜਾ ਕੇ ਰੌਲਾ ਨਹੀਂ ਪਾਉਂਦੀ, ਉਸ ਚਿਰ ਗੱਲ ਨਹੀਂ ਬਣਦੀ। ਜਿਹੜੀ ਖਾਲਸਾ ਜੀ ਨੇ ਗੱਲ ਕੀਤੀ ਹੈ, ਖਾਲਸਾ ਜੀ ਜਿਹੜੇ ਸਾਡੇ ਪੋਲੀਟੀਕਲ ਲੀਡਰ, ਮੈਂ ਇਕੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀਆਂ ਦੀ ਗੱਲ ਨਹੀਂ ਕਰਦਾ, ਮੈਂ ਸਾਰਿਆਂ ਦੀ ਗੱਲ ਕਰਦਾ। ਸਾਰਿਆਂ ਦੀ ਇਹ ਪੰਜਾਬੀ ਪਵੇ ਢੱਠੇ ਖੂਹ 'ਚ, ਲੋਕ ਪੈਣ ਭੱਠੇ ਖੂਹ 'ਚ, ਸਾਡੀ ਕੁਰਸੀ ਕਾਇਮ ਰਹਿਣੀ ਚਾਹੀਦੀ, ਭਾਵੇਂ ਕਾਂਗਰਸ ਦੀ ਭਾਵੇਂ ਅਕਾਲੀ। ਬਸ 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 ਹੁਣ ਉਹ ਇਹਦੋਂ ਵੱਡੀ ਗਾਲ ਕੋਈ ਨਹੀਂ ਇਹਨਾਂ ਨੂੰ, ਠੀਕ ਹੈ। ਜਿਹੜਾ ਤੁਸੀਂ ਕਹਿਤਾ ਨਾ, ਇਹਦੋਂ ਵੱਡੀ ਗਾਲ ਹੀ ਕੋਈ ਨਹੀਂ ਹੈਗੀ। ਇਹਦੋਂ ਵੱਡੀ ਇਹਨਾਂ ਨੂੰ ਉਹ ਸ਼ੇਕਸਪੀਅਰ ਨੇ ਸਕਾਉਂਡਰਰ ਕਿਹਾ ਸੀ ਨਾ ਰਾਜਨੀਤਿਕ, ਇਹਦੋਂ ਵੱਡੀ ਕੋਈ ਗਾਲ ਨਹੀਂ ਹੈਗੀ। ਭੱਟੀ ਸਾਹਿਬ ਇੱਥੇ ਹੀ ਬਸ ਕਰ ਦਿਓ। ਉਹ ਕਹਿੰਦੇ ਕਿ ਇਹਨਾਂ ਨੂੰ ਕਹਿ ਕੇ ਇਹਨਾਂ ਨਾਲ ਦੁਸ਼ਮਣੀ ਪੈਦਾ ਕਰਨੀ ਹੈ। ਬਸ਼ਰਮ ਦੀ ਕਹਿੰਦੇ ਢੂਈ ਤੇ ਰੁੱਗ ਖਲੋਤਾ, ਕਹਿੰਦਾ ਸ਼ਾਮੇ ਪਵਾਂਗੇ। ਇਹ ਉਹ ਲੋਕ ਨੇ, ਇਹ ਉਹ ਲੋਕ ਨੇ। ਵੋਟਾਂ ਦੇ ਪੰਜਾਬੀ 'ਚ ਆ ਕੇ ਝੋਲੀ ਵੰਡਣੀ ਇਹਨਾਂ ਨੇ ਆਪਣੇ ਪਿੰਡੋਂ ਪਿੰਡੀ ਜਾ ਕੇ, ਤੇ ਤੁਹਾਡੀ ਮਾਂ ਨੂੰ ਫੜ ਕੇ ਗੁੱਤੋਂ ਅਗਲਿਆਂ ਨੇ ਤੇ ਕੱਟ ਕੇ ਮੁੰਨੀ ਕਰਕੇ ਰੱਖ ਦਿੱਤਾ। 200 ਪਿੰਡ ਹੁਣ ਪੰਜਾਬ ਦੇ ਵਿੱਚ, ਉਹਦੇ ਕਸ਼ਮੀਰ ਦੇ ਵਿੱਚ ਪੰਜਾਬੀ ਬੋਲਦੇ। ਫਿਰ ਵੀ ਤੇ ਰਾਜ ਕਿਹਦਾ ਆ? ਮਾਸ਼ੇ ਦਾ। ਇਹੀ ਕਹੋਗੇ ਨਾ ਤੁਸੀਂ? ਬਿਲਕੁਲ ਕਹਾਂਗੇ। ਤੇ ਫਿਰ ਜੇ ਮੁਸਲਮਾਨ ਧੱਕਾ ਕਰਦੇ ਤੇ ਤੁਸੀਂ ਕਿਹੜਾ ਘੱਟ ਕਰਦੇ ਪਏ ਹੋ? ਮੁਸਲਮਾਨ ਨੇ ਪਿਸਤੌਲ ਦੀ ਨੋਕ ਤੇ, ਹੋ ਸਕਦਾ ਗੁੰਡਾ ਹੋਊਗਾ, ਬਦਮਾਸ਼ ਹੋਊਗਾ, ਉਹਦਾ ਉਸ ਏਰੀਏ 'ਚ ਦਬਦਬਾ ਹੋਊਗਾ, 10 ਨੰਬਰੀਆ ਹੋਊਗਾ। ਅੱਜ ਰਾਜ ਕਿਹਦਾ ਉੱਥੇ? ਜਦੋਂ ਉਹਨਾਂ ਦਾ ਦਬਦਬਾ ਸੀ ਉਦੋਂ ਤੇ ਸਿੱਖਾਂ ਦੀਆਂ ਧੀਆਂ ਉੱਥੇ ਅਗਵਾ ਨਹੀਂ ਹੋਈਆਂ। ਜਦੋਂ ਉਹਨਾਂ ਦਾ ਦਬਦਬਾ ਸੀ ਉਦੋਂ ਤਾਂ ਨਹੀਂ ਹੋਈਆਂ। ਧਾਰਾ 370 ਤੁਸੀਂ ਖਤਮ ਕਰਤੀ। ਅੱਜ ਰਾਜ ਕਿਹਦਾ? ਅੱਜ ਰਾਜ ਕਿਹਦਾ ਆ? ਜਦੋਂ ਤੁਸੀਂ ਬਿਆਨ ਦਿੰਦੇ ਹੋ ਕਿ ਕਸ਼ਮੀਰ ਦੀਆਂ ਕੁੜੀਆਂ ਲਿਆਵਾਂਗੇ, ਹੁਣ ਵਿਹਲੇ ਹੋ ਕੇ ਜਾਵਾਂਗੇ, ਉਹ ਕਿਹਨਾਂ ਨੇ ਬਿਆਨ ਦਿੱਤੇ ਸੀ? ਸਿੱਖਾਂ ਦੇ ਮੁੰਡਿਆਂ ਨੇ ਤਾਂ ਨਹੀਂ ਬਿਆਨ ਦਿੱਤੇ ਨਾ। ਸਿੱਖਾਂ ਦੇ ਮੁੰਡੇ ਦਿੱਤੇ, ਬਿਲਕੁਲ ਸਹੀ ਗੱਲ। ਸਿੱਖਾਂ ਦੇ ਮੁੰਡਿਆਂ ਨੇ ਨਹੀਂ ਬਿਆਨ ਦਿੱਤੇ। ਅੱਜ ਉੱਥੇ ਕੀ ਹੈ? ਕਿਤੇ ਸਾਜ਼ਿਸ਼ ਆ? ਇਹ ਦੇਖਣ ਦੀ ਲੋੜ ਹੈ। ਤੁਰ ਪਏ ਨੇ ਸਰਨਾ ਸਾਹਿਬ ਜੀ, ਸਦਕੇ ਕੁਝ ਲੈ ਕੇ ਆਇਓ ਤੇ ਆ ਕੇ ਉੱਥੋਂ ਮਾਤਰ ਭਾਸ਼ਾ ਬਾਰੇ ਵੀ ਬੋਲ ਲਿਓ ਵੀ ਅਸੀਂ ਮੰਗ ਕਰਦੇ ਹਾਂ। ਸਿਰਸਾ ਸਾਹਿਬ, ਜੇ ਮਾਂ ਨੂੰ ਪਿਆਰ ਕਰਦੇ, ਮਾਂ ਬੋਲੀ ਤੁਹਾਡੀ ਆ। ਜਿਸ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹੋ, ਉਹ ਗੁਰਮੁਖੀ ਬੋਲੀ ਤੁਹਾਡੀ ਕਸ਼ਮੀਰ 'ਚ ਖਤਮ ਕੀਤੀ ਹੈ। ਤੇ ਨਾਲ ਫਿਰ ਜੇਕਰ ਇੰਨੀ ਕੁ ਦਰਦ ਹੈਗਾ ਤੇ ਕਦੇ ਬੋਲਿਓ ਵੀ ਆ ਵੀ ਲਾਗੂ ਕਰ ਦਿਓ ਜੀ। ਅਮਿਤ ਸ਼ਾਹ ਜੀ, ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ ਧਰੋਹਰ ਤੋਂ ਤੁਸੀਂ ਸਾਨੂੰ ਖਤਮ ਕਰ ਰਹੇ ਹੋ। ਚਾਵਲਾ ਸਾਹਿਬ, ਸੀਸਗੰਜ ਗੁਰਦੁਆਰੇ ਨਾਲ ਇੱਕ ਮਸਜਿਦ ਹੈਗੀ ਇਹਨਾਂ ਦੀ, ਉਹਨਾਂ ਦੀ ਜਗ੍ਹਾ ਖਾਲੀ ਪਈ ਸੀ। ਸਿੱਖਾਂ ਦੀ ਨਿਗਾਹ ਸੀ ਉਹਦੇ ਉੱਤੇ। ਹੋਮ ਮਿਨਿਸਟਰ ਗਿਆਨੀ ਜੈਲ ਸਿੰਘ ਸੀਗਾ, ਤੇ ਉਹਨੇ ਜਿਹੜਾ ਬਾਬਾ ਹੈਗਾ ਸੀ ਮਨਜੀਤ ਸਿੰਘ ਜੀ ਕੇ ਦਾ ਫਾਦਰ ਜੈਦਰ ਸੰਤੋਖ ਸਿੰਘ, ਇਹਨਾਂ ਨੇ ਸ਼ੁਰੂ ਪਹਿਲੀ ਵਾਰੀ ਕੀਤਾ ਸੀ। ਮੁਸਲਮਾਨਾਂ ਦੀ ਈਦ ਆ ਗਈ ਆ, ਜਦੋਂ ਟੋਕਰਾ ਦਿਓ ਜੀ ਉਹਨਾਂ ਨੂੰ, ਆਪਣਾ ਫੂਡ ਦਾ ਦਿਓ ਜੀ, 10 ਡੱਬੇ ਦਿਓ, ਮਿਠਾਈ ਦੇ ਦਿਓ, ਬੜੀ ਨੇੜਤਾ ਕੀਤੀ। ਨੇੜਤਾ ਕਰਨ ਤੋਂ ਬਾਅਦ ਉਹਨਾਂ ਮੌਲਵੀ ਨੂੰ ਬਣਾ ਲਿਆ, ਉਹਨਾਂ ਨੇ ਜਿਹੜੇ ਟਰਸਟੀ ਬਣਾ ਲਿਆ ਉਹਨੂੰ, ਤੁਹਾਡੀ ਆ ਜਗ੍ਹਾ ਖਾਲੀ ਪਈ ਆ, ਜੇ ਅਸੀਂ ਸ਼ਰਾਬ ਬਣਾ ਲਈਏ ਤੁਸੀਂ ਵਰਤੋ, ਅਸੀਂ ਵਰਤਾਂਗੇ। ਤਰੀਕੇ ਨਾਲ ਜਾ ਕੇ ਉਹਨਾਂ ਕੋਲ ਲਾਈਵ ਲਈ। ਇਸੇ ਕਰਕੇ ਵੀ ਤੁਸੀਂ ਵੀ ਉੱਥੇ ਜਾ ਕੇ ਡਿਪਲੋਮੇਸੀ ਵਾਲੀ ਨੀਤੀ ਬਣਾਓ, ਡਿਪਲੋਮੇਸੀ ਬਣਾ ਕੇ ਉਹਨਾਂ ਲੋਕਾਂ ਨੂੰ ਇਕੱਠੇ ਕਰੋ ਇੱਕ ਮੰਚ ਦੇ ਉੱਤੇ, ਕਿ ਮੁੜ ਕੇ ਘਟਨਾ ਨਾ ਵਾਪਰੇ। ਇਹ ਜਿਹੜੇ ਬੰਦੇ ਘਟਨਾ ਦੀ ਗਲਤ ਇਲਜ਼ਾਮ ਦਿੱਤਾ, ਉਹਨੂੰ ਸਜ਼ਾ ਦਿਓ ਉੱਥੇ। ਬਿਲਕੁਲ ਉਹ ਦਿਨ ਸਜ਼ਾ ਲਓ ਉਹਨਾਂ ਦਾ ਧਰਮ, ਜੇ ਕੁਛ ਕਰਨਾ ਤੇ। ਫਿਰ ਰੌਲਾ ਪਾ ਕੇ ਤੇ ਗੁਰੂ ਨੂੰ ਮੰਗ ਪੱਤਰ ਦੇ ਕੇ ਤੇ ਫੋਟੋ ਲਾ ਕੇ ਤੁਸੀਂ ਆ ਗਏ, ਇਹ ਆ ਗਏ, ਕੋਈ ਕੁਛ ਨਹੀਂ ਤਲਾ ਸੌਣ, ਤੁਸੀਂ ਵਿਗਾੜ ਕੇ ਆਓਗੇ ਸਗੋਂ ਉਹਨਾਂ ਨੂੰ ਕਿਸੇ। ਤੇ ਪੱਟੀ ਸਾਹਿਬ, ਇੱਕ ਗੱਲ ਹੋਰ ਨਾਲ, ਤੇ ਅੱਜ ਜੇ ਉੱਥੇ ਕੋਰਟ ਦੇ ਵਿੱਚ ਸਿਰਫ ਸਿੱਖਾਂ ਨੂੰ ਨਹੀਂ ਜਾਣ ਦਿੱਤਾ ਗਿਆ, ਤੇ ਉੱਥੇ ਬਾਕੀ ਗਏ ਜਿਹੜੇ ਤੁਸੀਂ ਕਹਿੰਦੇ ਵੀ ਉਹ ਲੜਕੇ ਦੇ ਹੱਕ ਵਾਲੇ ਸੀ, ਉਹ ਗਏ, ਹਨਾ? ਇਹਦਾ ਮਤਲਬ ਫਿਰ ਧਾਰਾ 370 ਖਤਮ ਤਾਂ ਨਾ ਹੋਈ, ਫਿਰ ਰਾਜ ਤੇ ਉਹਨਾਂ ਦਾ ਹੀ ਉੱਥੇ। ਬਿਲਕੁਲ ਰਾਜ ਉਹਨਾਂ ਦੀ ਸ਼ੱਕ ਵਾਲੀ ਗੱਲ ਨਹੀਂ। ਮਤਲਬ ਤੁਸੀਂ ਦੂਜੇ ਪਾਸੇ ਨੂੰ ਲੈ ਕੇ ਚੱਲਣਾ। ਇਹਦਾ ਮਤਲਬ ਜਿਹਦਾ ਤੁਸੀਂ ਅੱਜ ਅਮਿਤ ਸ਼ਾਹ ਜੀ ਕਹਿੰਦੇ ਨੇ ਵੀ, ਅਮਿਤ ਸ਼ਾਹ ਜੀ, ਸਵਾਲ ਇਹ ਵੀ ਪੈਦਾ ਹੁੰਦਾ ਕਿ ਤੁਹਾਡੀ ਸਰਕਾਰ ਉੱਥੇ ਹੈ, ਤੁਸੀਂ ਕਹਿੰਦੇ ਖਤਮ ਕਰਤੀ, ਤੇ ਇਹਦਾ ਮਤਲਬ ਅਦਾਲਤ ਤੁਹਾਡੇ ਅੰਡਰ ਨਹੀਂ ਵੀ ਉੱਥੇ ਗਰੀਬ ਦੀ ਨਹੀਂ ਸੁਣੀ ਜਾ ਰਹੀ, ਉੱਥੇ ਧਨਾਡਾਂ ਦੀ ਸੁਣੀ ਜਾ ਰਹੀ ਹੈ। ਉੱਥੇ ਦਾ ਮਤਲਬ ਰਾਜ ਉਹਨਾਂ ਦਾ, ਤੁਹਾਡਾ ਨਹੀਂ ਆ। ਬਿਲਕੁਲ ਠੀਕ ਹੈ। ਜਿਸ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ 88% ਕੁਰਬਾਨੀਆਂ ਕੀਤੀਆਂ ਨੇ ਸਿੱਖਾਂ ਦੀ, ਉਹਦਾ ਮਤਲਬ ਸਿੱਖਾਂ ਦੀਆਂ ਧੀਆਂ ਨੂੰ ਉੱਥੇ ਪਿਸਤੌਲ ਦੀ ਨੌਂ ਤੇ ਅਗਵਾ ਕੀਤਾ ਜਾ ਰਿਹਾ, ਤੇ ਅਦਾਲਤ ਦੇ ਵਿੱਚ ਉਹਨਾਂ ਨੂੰ ਫਿਰ ਪੁਕਾਰ ਸੁਣਨ ਵਾਸਤੇ ਨਹੀਂ ਦਿੱਤਾ ਜਾ ਰਿਹਾ ਅੰਦਰ ਵੀ ਕੋਵਿਡ ਹੈ। ਤੇ ਜਿਹੜੇ ਅੰਦਰ ਗਏ ਸੀ ਉਹ ਕੋਵਿਡ ਦਾ ਸਰਟੀਫਿਕੇਟ ਲੈ ਕੇ ਗਏ ਸੀ। ਤਾਂ ਮਤਲਬ ਰਾਜ
ਜੋ ਮਰਜ਼ੀ ਡਗੜ ਕੇ ਬਜਾਈ ਚਲੋ ਵੀ ਸਾਡਾ ਰਾਜ ਇਹ ਧਾਰਾ 300 ਹੋ ਗਿਆ, ਆ ਹੋ ਗਿਆ, ਇਹਦਾ ਮਤਲਬ ਫਿਰ ਵਿਖਾਵਾ ਹੀ ਆ ਨਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।